ਪੰਜਾਬੀ ਰੇਡੀਓ USA ਦੇ ਬੂਥ ਦੇ ਉੱਤੇ ਅਵਤਾਰ ਸਿੰਘ ਹੋਣਾ ਦੀ ਜਿਹੜੀ ਬੁੱਕ ਹੈਗੀ ਆ ਸਿੱਖ ਕੌਮਵਾਦ ਦਾ ਸੰਕਲਪ ਬਹੁਤ ਵੱਡੀ ਗਿਣਤੀ 'ਚ ਲੋਕਾਂ ਨੇ ਆ ਕੇ ਪ੍ਰਾਪਤ ਵੀ ਕੀਤੀ। ਜੀ, ਸੋ ਸਾਰੇ ਹੀ ਸੇਵਾਦਾਰਾਂ ਦਾ, ਸਾਰੇ ਹੀ ਪ੍ਰਬੰਧਕਾਂ ਦਾ ਅਸੀਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਇਸ ਸੋਵਰਨਿਟੀ ਰੈਲੀ, ਪਾਤਸ਼ਾਹੀ ਰੈਲੀ, ਨਗਰ ਕੀਰਤਨ ਨੂੰ ਜਿਹੜਾ ਆ ਉਹ ਕਾਮਯਾਬ ਬਣਾਉਣ ਦੇ ਵਿੱਚ, ਸ਼ਹੀਦਾਂ ਦੀ ਯਾਦ ਦੇ ਵਿੱਚ ਦੂਰੋਂ ਨੇੜਿਓਂ ਪਹੁੰਚ ਕੇ ਇਕੱਤਰਤਾ ਜਿਹੜੀ ਉਹ ਕੀਤੀ। ਬੁਲਾਰਿਆਂ ਨੇ ਆਪੋ ਆਪਣੇ ਜਿਹੜੇ ਵਿਚਾਰ ਆ ਉਸ ਦੇ ਵਿੱਚ ਜਿਹੜੀ ਉਹ ਸਾਂਝ ਪਾਈ ਹੈਗੀ ਆ। ਸੋ ਉਹ ਸਾਰੀ ਜਿਹੜੀ ਕਵਰੇਜ ਆ ਪੰਜਾਬੀ ਰੇਡੀਓ USA ਦੇ YouTube ਤੇ Facebook ਪੇਜ ਦੋਨਾਂ ਦੇ ਉੱਤੇ ਤੁਸੀਂ ਦੇਖ ਸਕਦੇ ਹੈਗੇ ਆ। ਤੇ ਇਸ ਤੋਂ ਇਲਾਵਾ ਉਸ ਤੋਂ ਪਹਿਲਾਂ ਹਰਜੋਤ ਸਿੰਘ ਜੀ ਸ਼ੁੱਕਰਵਾਰ ਨੂੰ ਵਾਸ਼ਿੰਗਟਨ DC ਦੇ ਵਿੱਚ, ਜਿੱਥੇ ਕਾਂਗਰਸ ਦੇ ਦਿਨ ਦੀ ਸ਼ੁਰੂਆਤ ਅਰਦਾਸ ਦੇ ਨਾਲ ਹੋਈ, ਜਿੱਥੇ ਪ੍ਰਣਾਮ ਸ਼ਹੀਦਾਂ ਨੂੰ ਕਾਂਗਰਸ ਦੇ ਸਦਨ ਦੇ ਵਿੱਚ, ਉਹੀ ਥਾਂ ਜਿੱਥੇ ਕੋਈ ਵੀ ਜਿਹੜਾ ਪ੍ਰੈਜ਼ੀਡੈਂਟ ਆ ਉਹ ਸਟੇਟ ਆਫ ਦਾ ਯੂਨੀਅਨ ਐਡਰੈਸ ਜਿਹੜਾ ਉਹ ਕਰਦਾ ਹੈ, ਉਸ ਮੰਚ ਤੋਂ ਖੜ ਕੇ ਪ੍ਰਣਾਮ ਸ਼ਹੀਦਾਂ ਨੂੰ ਜਿਹੜਾ ਉੱਥੇ ਪੁਕਾਰਿਆ ਗਿਆ। ਉਸ ਤੋਂ ਬਾਅਦ ਦੇ ਵਿੱਚ 1.5 ਦਰਜਨ ਤੋਂ ਵੱਧ ਤਕਰੀਬਨ ਜਿਹੜੇ ਕਾਂਗਰਸਮੈਨ, ਕਾਂਗਰਸ ਵੂਮਨ ਆ, ਉਹਨਾਂ ਨੇ ਆ ਕੇ ਇਸ 1984 ਦੀ ਯਾਦ ਦੇ ਵਿੱਚ ਜਿਹੜੇ ਉੱਥੇ ਸਿੱਖ ਇਕੱਤਰ ਹੋਏ ਸੀ, ਉਸ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕੀਤੀ। ਰਿਫਲੈਕਸ਼ਨ ਔਨ 1984। ਸਾਡੇ ਵੈਲੀ ਦੇ ਜਿਹੜੇ ਹਰਜੋਤ ਸਿੰਘ ਜੀ ਕਾਂਗਰਸਮੈਨ, ਚਾਹੇ ਉਹ ਰਿਪਬਲਿਕਨ ਪਾਰਟੀ ਦੇ ਡੇਵਿਡ ਵੈਲਡਾ ਉਹ ਸੀਗੇ, ਤੇ ਚਾਹੇ ਡੈਮੋਕ੍ਰੇਟ ਪਾਰਟੀ ਦੇ ਐਡਮ ਗ੍ਰੇ ਸੀਗੇ, ਦੋਨਾਂ ਨੇ ਇਸ ਚੀਜ਼ ਨੂੰ ਜਿਹੜਾ ਮੁੜ ਦੁਹਰਾਇਆ ਵੀ ਇੱਦਾਂ ਦੀ ਚੀਜ਼ ਨਾ ਪਹਿਲਾਂ ਵਾਪਰਨੀ ਚਾਹੀਦੀ ਸੀ, ਤੇ ਆਪਾਂ ਨੂੰ ਇਤਿਹਾਸ ਨੂੰ ਯਾਦ ਕਰਦੇ ਹੋਏ ਇਸ ਲਈ ਯਾਦ ਰੱਖਣਾ ਚਾਹੀਦਾ ਵੀ ਇਹ ਮੁੜ ਦੁਬਾਰਾ ਜਿਹੜਾ ਉਹ ਨਾ ਵਾਪਰੇ। ਸਿੱਖ ਅਮੈਰੀਕਨਸ ਦੇ ਸਪੋਰਟ ਦੇ ਵਿੱਚ ਇਹ ਜਿਹੜੇ ਕਾਂਗਰਸਮੈਨ, ਕਾਂਗਰਸ ਵੂਮਨ ਜਿਹੜਾ ਉਹ ਪਹੁੰਚੇ। ਕੈਥਰੀਨ ਕਲਾਰਕ ਜਿਹੜੇ ਡੈਮੋਕ੍ਰੇਟ ਪਾਰਟੀ ਦੀ ਮਾਈਨੋਰਟੀ ਵਿਪ ਨੇ, ਉਹਨਾਂ ਨੇ ਵੀ ਬੜੇ ਵਧੀਆ ਢੰਗ ਦੇ ਨਾਲ ਜਿਹੜੀਆਂ ਗੱਲਾਂ ਕੀਤੀਆਂ। ਇਸ ਤੋਂ ਇਲਾਵਾ ਐਰਿਕ ਸਵੈਲਵੈਲ ਵੀ ਜਿਹੜੇ ਉੱਥੇ ਪਹੁੰਚੇ ਹੋਏ ਸੀਗੇ। ਜਿਹੜੇ ਇਸ ਤੋਂ ਇਲਾਵਾ ਰਿਪਬਲਿਕਨ ਪਾਰਟੀ ਦੇ ਮੈਜੋਰਟੀ ਵਿਪ ਟੌਮ ਐਮਰ ਤੇ ਉਹਨਾਂ ਦੇ ਹੋਰ ਸਾਥੀਆਂ ਨੇ ਵੀ ਉਸ ਸਮਾਗਮ ਦੇ ਵਿੱਚ ਹਿੱਸਾ ਜਿਹੜਾ ਉਹ ਲਿਆ। ਸੋ ਬਾਈ ਪਾਰਟੀਜ਼ਨ ਇਹ ਸਮਾਗਮ ਜਿਹੜਾ ਉੱਥੇ ਹੋਇਆ, ਜੋ ਲੌਬਿੰਗ ਇਸ ਟਾਈਮ ਕਹਿ ਸਕਦੇ ਹਾਂ ਵੀ ਸਿੱਖਾਂ ਦੁਆਰਾ ਉੱਥੇ ਕਾਂਗਰਸ ਦੇ ਵਿੱਚ ਜਿਹੜੀ ਉਹ ਕੀਤੀ ਜਾ ਰਹੀ ਆ, ਉਹ ਇੱਕ ਕਾਮਯਾਬ ਜਿਹੜੀ ਉਹ ਨਿਬੜੀ, ਉਹ ਵੀ ਬਹੁਤ ਵਧੀਆ ਢੰਗ ਦੇ ਨਾਲ ਹੋਇਆ। ਉਸ ਤੋਂ ਬਾਅਦ ਦੇ ਵਿੱਚ ਇੱਕ ਬੀਬੀ ਨੇ ਪੁੱਠਾ ਸਿੱਧਾ ਜਿਹੜਾ ਉਹ ਲਿਖਿਆ ਸੀ, ਓਵਰਆਲ ਜਿਹੜੇ ਦੋਨੋਂ ਪਾਰਟੀ ਦੇ ਤਰਫੋਂ ਉਹਨਾਂ ਦੀ ਆਲੋਚਨਾ ਆ, ਉਸ ਬੀਬੀ ਨੂੰ ਜਿਹੜਾ ਉਸ ਦਾ ਸਾਹਮਣਾ ਕਰਨਾ ਪਿਆ, ਜਿਹੜੀ ਕਾਂਗਰਸ ਵੂਮਨ ਨੇ ਇਲੀਨੋਇਸ ਤੋਂ ਮੈਰੀ ਮਿਲਰ ਸੀਗੀ। ਇਵੈਂਚੁਅਲੀ ਉਸ ਨੂੰ ਆਪਣੀ ਜਿਹੜੀ ਟਵੀਟ ਆ ਉਹ ਡਿਲੀਟ ਵੀ ਕਰਨੀ ਪਈ। ਇਹਦੇ ਨਾਲ ਇਹ ਆ ਹਰਜੋਤ ਸਿੰਘ ਜੀ ਵੀ ਜਿਹਨੂੰ ਸ਼ਾਇਦ ਨਹੀਂ ਵੀ ਸੀ ਪਤਾ, ਕਈ ਵਾਰੀ ਕਈ ਕੰਟਰੋਵਰਸੀਜ਼ ਦੇ ਨਾਲ ਬਲੈਸਿੰਗ ਇਨ ਡਿਸਗਾਈਜ਼ ਜਿਹੜਾ ਹੋ ਜਾਂਦਾ ਹੈ, ਤਾਂ ਮਾੜੀ ਚੀਜ਼ ਵੀ ਉਹ ਵਾਪਰਨੀ ਨਹੀਂ ਸੀ ਚਾਹੀਦੀ। ਉਸ ਬੀਬੀ ਨੂੰ ਪਤਾ ਹੋਣਾ ਚਾਹੀਦਾ ਸੀ ਪਹਿਲਾਂ ਹੀ, ਤੇ ਜਿਸ ਤਰੀਕੇ ਦੀ ਉਹਨੇ ਵਿਚਾਰਧਾਰਾ ਉਹਦੇ ਵਿੱਚ ਕੀਤੀ ਵੀ ਇਹ ਤਾਂ ਇਕੱਲਾ ਕ੍ਰਿਸਚਨਾਂ ਦਾ ਮੁਲਕ ਆ, ਉਹ ਵੀ ਟੋਟਲ ਉਸਦੀ ਜਿਹੜੀ ਉਹ ਗਲਤ ਸੀਗੀ। ਪਰ ਇਹ ਆ ਵੀ ਉਸਦੇ ਇੱਦਾਂ ਦੇ ਪੁੱਠੇ ਬੋਲਣ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਸਿੱਖ ਅਰਦਾਸ ਦੇ ਬਾਰੇ, ਸਿੱਖਾਂ ਦੇ ਬਾਰੇ ਜਿਹੜਾ ਆ ਉਹ ਵੀ ਪਤਾ ਲੱਗਾ। ਸੋ ਚੀਜ਼ ਜਿਹੜੀ ਉਹ ਵਾਇਰਲ ਹੋਈ, ਆਪਾਂ ਉਸ ਦੇ ਵਿੱਚ ਪੋਜ਼ਿਟਿਵ ਜਿਹੜੀ ਆ ਉਹ ਚੀਜ਼ ਕੱਢ ਕੇ ਜਿਹੜੀ ਉਹ ਲੈ ਕੇ ਆਉਣੀ ਆ। ਪਰ ਉਸ ਬੀਬੀ ਨੂੰ ਸਮਝਾਉਣ ਵਾਲੀ ਜਿਹੜੀ ਉਹ ਗੱਲ ਆ ਵੀ ਸਿੱਖ ਕੌਣ ਹੁੰਦੇ, ਸਿੱਖ ਅਰਦਾਸ ਕੀ ਆ, ਤੇ ਅਮਰੀਕਾ ਦੇ ਸੰਵਿਧਾਨ ਦੇ ਮੁਤਾਬਕ ਇਸ ਦਾ ਸੰਕਲਪ ਇੱਕ ਧਰਮ ਦਾ ਨਹੀਂ, ਸਮੂਹ ਧਰਮਾਂ ਦਾ ਜਿਹੜਾ ਉਹ ਸਾਂਝੀਵਾਲਤਾ ਦਾ ਹੈਗਾ ਆ। ਜੀ, ਬਹੁਤ ਸਾਰੇ ਰਿਪਬਲਿਕਨਸ ਵੀ ਅਪਸੈਟ ਹੈਗੇ ਆ ਮੈਰੀ ਮਿਲਰ ਦੇ ਉੱਤੇ। ਇਹ ਰਾਈਟ ਵਿੰਗ ਹਾਰਡਲਾਈਨਰ ਆ, ਇਹ ਤੁਹਾਨੂੰ ਦੱਸਦੇ ਜਾਈਏ। ਬਹੁਤ ਵਾਰ ਆਪਣੇ ਲੋਕ ਆਪਣਿਆਂ ਨੂੰ ਹੀ ਬਲੇਮ ਕਰਨ ਲੱਗ ਪੈਂਦੇ ਵੀ ਦੇਖੋ ਜੀ ਇਹ ਏਦਾਂ ਕਿੱਦਾਂ ਹੋ ਗਿਆ ਹੈਗਾ, ਤੇ ਨਹੀਂ ਉਹ ਆਪਣੀ ਜਗ੍ਹਾ ਤੇ ਠੀਕ ਆ। ਪਰ ਜਿਸ ਤਰ੍ਹਾਂ ਡੇਵਿਡ ਬਲਡਾਹੋ ਨੇ, ਹੋਰ ਬਹੁਤ ਸਾਰੇ ਡੈਮੋਕ੍ਰੇਟਸ ਨੇ ਜਿਹੜਾ ਮੈਰੀ ਮਿਲਰ ਦਾ ਵਿਰੋਧ ਕੀਤਾ ਵੀ ਇਹ ਜੋ ਤੂੰ ਕਮੈਂਟ ਕੀਤੇ ਹੈਗੇ ਆ ਟੋਟਲੀ ਰੋਂਗ ਹੈਗੇ ਆ। ਰਿਪਰੈਜ਼ੈਂਟੇਟਿਵ ਨਿਕ ਲਲੋਟਾ ਜੋ ਰਿਪਬਲਿਕਨ ਆ ਨਿਊਯਾਰਕ ਤੋਂ, ਉਹਨਾਂ ਨੇ ਵੀ ਕਿਹਾ ਵੀ ਜੋ ਸਿੱਖ ਪ੍ਰੇਅਰ ਹਾਊਸ ਫਲੋਰ ਦੇ ਉੱਪਰ ਹੋਈ ਹੈਗੀ ਆ, ਇਹ US ਦੇ ਕਨਸਟੀਟਿਊਸ਼ਨ ਨੂੰ ਵਾਇਲੇਟ ਨਹੀਂ ਕਰਦੀ, ਨਾ ਹੀ ਮੇਰੇ ਕੈਥੋਲਿਕ ਧਰਮ ਨੂੰ ਜਿਹੜੀ ਆ ਜਿਹੜੀ ਵਾਇਲੇਟ ਕਰਦੀ ਹੈਗੀ ਆ, ਨਾ ਹੀ ਜਿਹੜੇ ਮੈਂ ਇਜ਼ਰਾਈਲ ਨੂੰ ਸਪੋਰਟ ਕਰ ਰਿਹਾ ਉਸ ਨੂੰ ਵਾਇਲੇਟ ਕਰਦੀ ਹੈਗੀ ਆ। ਤੇ ਉਹਨਾਂ ਨੇ ਕਿਹਾ ਲਿਵ ਐਂਡ ਲੈਟ ਲਿਵ।
ਤੇ ਇਸੇ ਤਰ੍ਹਾਂ ਰਿਪਰੈਜ਼ੈਂਟੇਟਿਵ ਜੋ ਆਪਾਂ ਦੱਸੇ ਹੈਗੇ ਆ ਸਿੱਖ ਕਾਕਸ ਦੇ ਜੋ ਬਹੁਤ ਸਾਰੇ ਸੀ, ਏਸ਼ੀਅਨ ਪੈਸੀਫਿਕ ਆਈਲੈਂਡ ਕਾਕਸ ਦੇ, ਉਹਨਾਂ ਨੇ ਵੀ ਇਹਦੀ ਜਿਹੜੀ ਆ ਸਪੋਰਟ ਕੀਤੀ। ਉਹਨੇ ਕਿਹਾ ਵੀ ਇਹ ਇੱਕ ਤਰ੍ਹਾਂ ਦੇ ਨਾਲ ਐਂਟੀ ਸਿੱਖ ਤੇ ਐਂਟੀ ਮੁਸਲਿਮ ਬਿਗਟਰੀ ਹੈਗੀ ਆ, ਇਹ ਨਹੀਂ ਜਿਹੜਾ ਵਾਪਰਨਾ ਚਾਹੀਦਾ। ਰਿਪਰੈਜ਼ੈਂਟੇਟਿਵ ਜੈਫ ਵੈਨ ਡਰਿਊ ਜੋ ਨਿਊ ਜਰਸੀ ਤੋਂ ਆ, ਉਹਨਾਂ ਨੇ ਜਿਹੜੇ ਗ੍ਰੰਥੀ ਸਿੰਘ ਸੀ ਨਿਊ ਜਰਸੀ ਗੁਰਦੁਆਰਾ ਸਾਹਿਬ ਤੋਂ, ਉਹਨਾਂ ਨੂੰ ਬੁਲਾਇਆ ਸੀ ਉੱਥੇ ਅਰਦਾਸ ਕਰਨ ਦੇ ਲਈ। ਸੋ ਇਹ ਹਮੇਸ਼ਾ, ਇਹ ਪਹਿਲੀ ਵਾਰੀ ਨਹੀਂ ਹੋਇਆ, ਪਹਿਲਾਂ ਵੀ ਹੁੰਦੀ ਰਹਿੰਦੀ ਆ, ਪਰ ਕਈ ਜਿਹੜੇ ਇਦਾਂ ਦੇ ਕਾਂਗਰਸਮੈਨ ਜਾਂ ਕੁਛ ਕੁ ਹੁਣ ਰਿਪਬਲਿਕਨ ਪਾਰਟੀ ਦੇ ਵਿੱਚ ਇਲੈਕਟਡ ਆਫੀਸ਼ੀਅਲ ਹੈਗੇ ਆ, ਜਿਨ੍ਹਾਂ ਦਾ ਕੰਮ ਹੀ ਜਿਹੜਾ ਹੇਟ ਫਲਾਣਾ ਹੁੰਦਾ ਆ ਜਾਂ ਬਿਨਾਂ ਕਿਸੇ ਗੱਲ ਤੇ ਕੰਟਰੋਵਰਸੀ ਕਰਨੀ। ਪਰ ਇਹਦੇ ਲਈ ਸਿੱਖਾਂ ਨੂੰ ਇੱਕ ਵਧੀਆ ਲੈਸਨ ਮਿਲਿਆ ਹੈਗਾ। ਭਈ ਆਪਾਂ ਹਮੇਸ਼ਾ ਰੌਲਾ ਪਾਉਂਦੇ ਰਹਿੰਦੇ ਆ ਇੰਡੀਆ 'ਚ ਕੀ ਹੁੰਦਾ, ਉੱਥੇ ਧੱਕਾ ਹੁੰਦਾ, ਸਾਰਾ ਕੁਛ। ਜਿੱਥੇ ਆਪਾਂ ਰਹਿੰਦੇ ਆ, ਜਿੱਥੇ ਸਾਡੇ ਨਿਆਣੇ ਜੰਮੇ ਆ, ਜਿੱਥੇ ਨਿਆਣਿਆਂ ਨੇ ਅੱਗੇ ਜਾਣਾ ਆ, ਇਸੇ ਮੁਲਕ 'ਚ ਰਹਿਣਾ ਆ, ਤੇ ਸਾਨੂੰ ਹੁਣ ਮੌਕਾ ਆ ਵੀ ਆਪਾਂ ਹੋਰ ਵੀ ਪੂਰੀ ਦੁਨੀਆ ਨੂੰ, ਪੂਰੇ ਅਮਰੀਕਨਸ ਨੂੰ ਦੱਸੀਏ ਵੀ ਸਿੱਖ ਕੌਣ ਹੈਗੇ ਆ। ਆਉਣ ਵਾਲੇ ਸਮੇਂ 'ਚ 4th ਜੁਲਾਈ ਆਣੀ ਆ, ਹਮੇਸ਼ਾ ਹੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਆ। ਫਰੀਮਾਉਂਟ ਏਰੀਏ ਦੇ ਜਿਹੜੇ ਸਿੱਖ ਆ, ਜਦੋਂ 4th ਜੁਲਾਈ ਦੀ ਪਰੇਡ ਹੁੰਦੀ ਆ, ਪਿਛਲੇ ਬਹੁਤ ਸਾਲਾਂ ਤੋਂ ਉਹ ਪਾਣੀ ਦੀ ਇੱਕ ਬੋਤਲ ਜਿਹੜੀ ਆ ਉਹ ਸਾਰੇ ਜਿੰਨੇ ਉੱਥੇ ਪਰੇਡ 'ਚ ਹਜ਼ਾਰਾਂ ਦੀ ਗਿਣਤੀ 'ਚ ਲੋਕ ਆਏ ਹੁੰਦੇ, ਉਹਨਾਂ ਨੂੰ ਫ੍ਰੀ ਦਿੰਦੇ ਆ। ਤੇ ਉਹਦੇ ਛੋਟਾ ਜਿਹਾ ਇੱਕ ਸਟਿੱਕਰ ਲਾਇਆ ਹੁੰਦਾ, ਹੂ ਆਰ ਦਾ ਸਿੱਖਸ, 4-5 ਲਾਈਨਾਂ ਕਰਕੇ ਲਿਖਿਆ ਹੁੰਦਾ। ਸੋ ਆਪਣੇ ਬਿਜ਼ਨਸ ਬਹੁਤ ਆ, ਗੈਸ ਸਟੇਸ਼ਨ ਕਈਆਂ ਨੇ 40-40, 50-50, 60-60 ਬਣਾ ਲਏ, ਸਟੋਰ ਬਣਾ ਲਏ, ਹੋਰ ਬਹੁਤ ਸਾਰੇ ਜਿਹੜੇ ਬਿਜ਼ਨਸਿਸ ਹੈਗੇ ਆ। ਕੋਸ਼ਿਸ਼ ਕਰੋ ਉਸ ਦਿਨ ਚਾਹੇ ਇੱਕ ਚੀਜ਼ ਵੀ ਹੋਵੇ, ਉਹ ਫ੍ਰੀ ਲਾ ਦਿਓ, ਤੇ ਨਾਲ ਇੱਕ ਛੋਟਾ ਜਿਹਾ ਫਲਾਇਰ ਹੋਵੇ, ਹੂ ਆਰ ਦਾ ਸਿੱਖਸ, 4th ਆਫ ਜੁਲਾਈ ਤੇ, ਤਾਂ ਕਿ ਜਿੱਥੇ ਮੁਲਕ 'ਚ ਰਹਿੰਦੇ ਆ ਸਾਨੂੰ ਪਤਾ ਲੱਗੇ ਵੀ ਹਾਂ ਆਪਾਂ ਇਸੇ ਮੁਲਕ ਦਾ ਜਿਹੜਾ ਹਿੱਸਾ ਹੈਗੇ ਆ। ਇਹ ਆਉਣ ਵਾਲੇ ਦਿਨਾਂ 'ਚ ਆਪਾਂ ਤੁਹਾਡੇ ਨਾਲ ਸਾਰੇ ਸਾਂਝੇ ਕਰਾਂਗੇ, ਤੇ ਹੋਰ ਵੀ ਕਿਤੇ ਜਿਹੜੇ ਆਪਣੇ ਪੰਜਾਬੀ ਭੈਣ ਭਰਾ ਇਦਾਂ ਦਾ ਕੰਮ ਕਰਦੇ ਹੋਏ, ਇਦਾਂ ਦੀ ਸੇਵਾ ਭਾਵਨਾ ਵਾਲਾ ਕੰਮ ਜਿਹੜਾ 4th ਜੁਲਾਈ ਨੂੰ ਕਰਦੇ ਹੋਏ, ਉਹ ਜ਼ਰੂਰ ਸਾਨੂੰ ਕਾਲ ਕਰਕੇ ਦੱਸਿਓ, ਤੇ ਆਪਾਂ ਕੋਸ਼ਿਸ਼ ਕਰਾਂਗੇ ਜਿਹੜੇ ਫਰੀਮਾਉਂਟ ਗੁਰੂ ਘਰ ਫਰੀਮਾਉਂਟ ਏਰੀਏ ਦੇ ਸਿੱਖ ਹੈਗੇ ਆ, ਉਹ ਮੈਨੂੰ ਤਾਂ ਲੱਗਦਾ 20 ਸਾਲ ਹੋ ਗਏ ਉਹਨਾਂ ਨੂੰ ਇਹ ਸੇਵਾ ਕਰਦਿਆਂ ਨੂੰ, ਉਹਨਾਂ ਨੂੰ ਵੀ ਆਪਾਂ ਰੇਡੀਓ ਤੇ ਆਉਣ ਵਾਲੇ ਸਮੇਂ 'ਚ ਲਿਆਵਾਂਗੇ, ਤਾਂ ਕਿ ਜਿਹੜਾ ਆ ਆਪਣਾ ਪ੍ਰਚਾਰ ਆ ਸਿੱਖੀ ਦਾ ਹੋਰ ਵੱਧ ਤੋਂ ਵੱਧ ਹੋ ਸਕੇ। ਇੱਥੇ ਦੀ ਕਮਿਊਨਿਟੀ ਨੂੰ ਪਤਾ ਲੱਗੇ ਕਿ ਨਹੀਂ, ਇਹ ਸਾਡੇ ਨਾਲ ਹੀ ਆ, ਸਾਡੇ ਨਾਲ ਹੀ ਜਿਹੜਾ ਇਹ 4th ਆਫ ਜੁਲਾਈ ਮਨਾਉਂਦੇ ਹੈਗੇ। ਜੀ, ਬਿਲਕੁਲ। ਸੋ ਦੇਖੋ, ਆਪਾਂ ਹੋਰ ਬਥੇਰੇ ਧਰਮਾਂ ਦੇ ਲੋਕ ਇੱਥੇ ਰਹਿੰਦੇ ਆ, ਜਦੋਂ ਉੱਥੇ ਰੋਜ਼ ਕ੍ਰਿਸਚਨ ਉਸ ਦੇ ਨਾਲ ਹੁੰਦੀ, ਉਹਨਾਂ ਦੀ ਤੇ ਕਿਸੇ ਦੀ ਭਾਵਨਾ ਆਹਤ ਨਹੀਂ ਹੁੰਦੀ, ਨਾ ਹੀ ਕੋਈ ਉਹ ਰੌਲਾ ਪਾਉਂਦਾ ਵੀ ਲੈ ਵੀ ਅੱਜ ਇੱਥੇ ਇਸ ਤਰੀਕੇ ਦੇ ਨਾਲ ਸ਼ੁਰੂਆਤ ਜਿਹੜੀ ਆ ਉਹ ਕਿਉਂ ਹੋ ਗਈ ਆ। ਸੋ ਇਦਾਂ ਦੇ ਕਈ ਬਿਗਟਡ ਲੋਕ ਹੁੰਦੇ ਆ, ਰੇਸਿਸਟ ਇੰਟਰਨਲੀ ਜਿਹੜੇ ਹੁੰਦੇ ਆ, ਉਹਨਾਂ ਦੀ ਇਹ ਜਿਹੜੀ ਨਫ਼ਰਤ ਆ, ਅਜਿਹੀਆਂ ਟਵੀਟਾਂ ਦੇ ਜ਼ਰੀਏ ਜਿਹੜੀ ਉਹ ਬਾਹਰ ਆਉਂਦੀ ਆ। ਸੋ ਉਸ ਨੂੰ ਸਮਝਾਉਣ ਦੀ ਜਿਹੜੀ ਲੋੜ ਆ, ਹੁਣ ਮੈਨੂੰ ਲੱਗਦਾ ਉੱਦਾਂ ਉਹਨੂੰ ਸਮਝ ਤਾਂ ਆ ਗਈ ਹੋਣੀ ਆ, ਤੇ ਇਸ ਤੋਂ ਇਲਾਵਾ ਹੋਰ ਵੀ ਕਈਆਂ ਨੂੰ ਵੀ ਜਿਹੜੀ ਇਸ ਪੂਰੇ ਮਾਮਲੇ ਦੇ ਵਿੱਚ ਜਿਹੜੀ ਸਮਝ ਆ ਗਈ ਹੋਣੀ ਆ। ਓਵਰਆਲ ਵਾਸ਼ਿੰਗਟਨ ਡੀਸੀ ਦਾ ਜਿਹੜਾ ਇਹ ਸਮਾਗਮ ਸੀਗਾ, ਇਹ ਮੈਂ ਕਹੂੰਗਾ ਵੀ ਬਹੁਤ ਕਾਮਯਾਬ ਰਿਹਾ। ਸਭ ਤੋਂ ਜਿਹੜੀ ਪੋਜ਼ੀਟਿਵ ਪਾਰਟ ਸੀਗੀ ਵੀ ਉਸ ਤੋਂ 1-2 ਦਿਨ ਲਗਾਤਾਰ ਪਹਿਲਾਂ ਕਾਂਗਰਸ ਦੀਆਂ ਗਲਿਆਰਿਆਂ ਦੇ ਵਿੱਚ ਜਿਹੜੇ ਆਪਣੇ ਸਿੱਖ ਨੌਜਵਾਨ ਮੁੰਡੇ ਕੁੜੀਆਂ ਜਿਹੜੀਆਂ ਉਹ ਫਿਰ ਰਹੇ ਸੀਗੇ, ਉਹ ਵੱਖ-ਵੱਖ ਕਾਂਗਰਸਮੈਨ, ਕਾਂਗਰਸ ਵੂਮਨ ਦੇ ਕੋਲ ਜਾ ਕੇ ਉਹਨਾਂ ਨੂੰ ਇਸ ਅਰਦਾਸ ਦੇ ਜਿਹੜੇ ਦਿਹਾੜੇ ਦੇ ਬਾਰੇ ਉਸਦੀ ਜਿਸ ਦੇ ਨਾਲ ਸ਼ੁਰੂਆਤ ਹੋਣੀ ਹੈ, ਤੇ ਉਸ ਤੋਂ ਬਾਅਦ ਜਿਹੜਾ ਸਮਾਗਮ ਸੀਗਾ ਉਸ ਵਿੱਚ ਆਉਣ ਦੇ ਲਈ ਜਿਹੜਾ ਉਹ ਸੱਦਾ ਪੱਤਰ ਦੇ ਰਹੇ ਸੀ, ਦੱਸ ਰਹੇ ਸੀਗੇ ਇਹ ਸਾਰੀਆਂ ਚੀਜ਼ਾਂ ਦੇ ਬਾਰੇ। ਸੋ ਆਪਾਂ ਟਰਾਈ ਕਰ ਸਕਦੇ ਆ, ਆਪਣੀ ਕੋਸ਼ਿਸ਼ ਜਿਹੜੀ ਉਹ ਕਰਨੀ ਜ਼ਰੂਰੀ ਆ, ਪਰ ਇਦਾਂ ਦੇ ਕਮਲੇ ਬੰਦੇ ਵਿੱਚ ਵਿਚਾਲੇ ਜਿਹੜੇ ਆ ਉਹ ਆਪਾਂ ਨੂੰ ਨਜ਼ਰ ਆਉਂਦੇ ਹੀ ਰਹਿਣੇ ਹੈਗੇ ਆ। ਤੇ ਇਹ ਆ ਵੀ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਇਹ ਆ ਵੀ ਉਸ ਦਾ ਜਿਹੜਾ ਵਿਰੋਧਤਾ ਜਿਹੜੀ ਦੱਬ ਕੇ ਹੋ ਗਈ ਆ, ਚੰਗੀ ਗੱਲ ਆ। ਆਪਣੀ ਬਾਈ ਪਾਰਟੀਜ਼ਨ ਜਿਹੜੀ ਉਸਦੀ ਵਿਰੋਧਤਾ ਆਪਾਂ ਨੂੰ ਦੇਖਣ ਨੂੰ ਮਿਲੀ ਹੈਗੀ ਆ। ਤੇ ਹਰਜੋਤ ਸਿੰਘ ਜੀ, ਹੁਣ ਆਪਾਂ ਆਉਂਦੇ ਅੱਜ ਦੇ ਜਿਹੜੇ ਬਰਨਿੰਗ ਇਸ਼ੂ ਜਿਹੜਾ ਇਸ ਟਾਈਮ ਚੱਲ ਰਿਹਾ LA ਦੇ ਵਿੱਚ, ਜੋ ਸਥਿਤੀ ਜਿਹੜੀ ਇਸ ਟਾਈਮ ਬਣੀ ਪਈ ਆ, ਐਂਟੀ ਆਈਸ ਪ੍ਰੋਟੈਸਟ ਵਾਇਲੈਂਟ ਜਿਹੜੇ ਆ ਉਹ ਹੋ ਗਏ ਆ। ਮੇਹੈਮ ਕਹਿੰਦੇ ਵੀ ਇਸ ਟਾਈਮ LA ਦੇ ਵਿੱਚ ਪੂਰੀ ਤਰ੍ਹਾਂ ਛਾਈ ਪਈ ਆ। ਵੈਂਡਲਿਜ਼ਮ, ਥੈਫਟ, ਫਾਇਰ, ਵਾਇਲੈਂਸ LA ਦੇ ਡਾਊਨਟਾਊਨ ਦੇ ਵਿੱਚ ਜਿਹੜੀ ਉਹ ਬਹੁਤ ਜ਼ਿਆਦਾ ਫੈਲੀ ਪਈ ਆ। ਨੈਸ਼ਨਲ ਗਾਰਡਸ ਦੇ ਆਉਣ ਨੂੰ ਲੈ ਕੇ ਜਿਹੜੀ ਆ ਉਹ ਇੱਕ ਬਹੁਤ ਵੱਡੀ ਜਿਹੜਾ ਇਸ਼ੂ ਆ ਇਸ ਟਾਈਮ ਬਣ ਚੁੱਕਾ ਹੈਗਾ ਆ। ਸੋ LA ਦੇ ਜਿਹੜੇ ਇਮੀਗ੍ਰੇਸ਼ਨ ਪ੍ਰੋਟੈਸਟ ਆ, ਉਹਦੇ ਵਿੱਚ ਹੁਣ ਲੇਟੈਸਟ ਜਾਣਕਾਰੀ ਦੇ ਮੁਤਾਬਕ ਇਹ ਜਿਹੜੀ ਆ ਹਰਜੋਤ ਸਿੰਘ ਜੀ ਗੱਲ ਕਰ ਰਹੇ ਆ ਵੀ ਇਮੀਗ੍ਰੇਸ਼ਨ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਜਿਹੜੀ ਨਿਊਸਮ ਆ
ਟਰੰਪ ਐਡਮਿਨਿਸਟ੍ਰੇਸ਼ਨ ਨੂੰ ਜਿਹੜੀ ਨਿਊਸਮ ਆ ਉਹ ਹੁਣ ਸੂ ਕਰਨ ਜਾ ਰਹੀ ਹੈਗੀ ਆ। ਸੋ LA ਦੇ ਜਿਹੜੇ ਪ੍ਰੋਟੈਸਟ ਆ ਉਹ ਲਗਾਤਾਰ ਐਸਕੇਲੇਟ ਕਰ ਰਹੇ ਆ, ਵੱਧ ਰਹੇ ਆ। ਇਮੀਗ੍ਰੇਸ਼ਨ ਤੇ ਕਸਟਮ ਐਨਫੋਰਸਮੈਂਟ ਦੇ ਜਿਹੜੇ ਪ੍ਰੋਟੈਸਟ ਆ ਉਹ ਪੂਰੇ ਸ਼ਹਿਰ ਦੇ ਵਿੱਚ ਫੈਲੇ ਪਏ ਆ। ਡੋਨਲਡ ਟਰੰਪ ਹੋਣਾ ਨੇ 2000 ਜਿਹੜੇ ਨੈਸ਼ਨਲ ਗਾਰਡਸਮੈਨ ਆ ਉਹਨਾਂ ਨੂੰ ਡਿਪਲੋਏ ਕੀਤਾ। ਕਹਿੰਦੇ ਵੀ ਜਿਹੜੀ ਲਾਅਲੈਸਨੈਸ ਉੱਥੇ ਹੋ ਚੁੱਕੀ ਆ ਉਸ ਨੂੰ ਐਡਰੈਸ ਕਰਨ ਦੇ ਲਈ। ਵਾਈਟ ਹਾਊਸ ਦੀ ਜਿਹੜੀ ਪ੍ਰੈਸ ਸਕੱਤਰ ਕੈਰੋਲਿਨ ਲਵਿਟ ਆ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਸੀ। ਕੈਲੀਫੋਰਨੀਆ ਦੇ ਗਵਰਨਰ ਨਿਊਸਮ ਨੇ ਚਿੱਠੀ ਜਿਹੜੀ ਆ ਉਹ ਲਿਖ ਕੇ ਐਡਮਿਨਿਸਟ੍ਰੇਸ਼ਨ ਨੂੰ ਕਿਹਾ ਆ ਵੀ ਇਹ ਜਿਹੜੀ ਡਿਪਲੋਇਮੈਂਟ ਆ ਤੁਸੀਂ ਰਿਸੈਂਡ ਕਰੋ, ਵਾਪਸ ਜਿਹੜੀ ਉਹ ਕਰੋ। ਟਰੰਪ ਜਿਹੜਾ ਇਸ ਟਾਈਮ ਕ੍ਰਾਈਸਿਸ ਜਾਣਬੁੱਝ ਕੇ ਕਹਿੰਦੇ ਵੀ ਉਹ ਮੈਨੂਫੈਕਚਰ ਕਰ ਰਿਹਾ ਆ ਤੇ ਪ੍ਰੈਜ਼ੀਡੈਂਟ ਉਹਨਾਂ ਨੇ ਕਿਹਾ ਵੀ ਜਿਹੜਾ ਪ੍ਰੈਜ਼ੀਡੈਂਟ ਆ ਉਹ ਇਹ ਹੋਪ ਕਰ ਰਿਹਾ ਵੀ ਜੇ ਇਸ ਕੈਓਸ ਦੇ ਵਿੱਚ ਅਸੀਂ ਜਿਹੜੇ ਹੋਰ ਕ੍ਰੈਕਡਾਊਨ ਆ ਤੇ ਜਿਹੜਾ ਡਰ ਆ ਤੇ ਕੰਟਰੋਲ ਆ ਉਸ ਨੂੰ ਹੋਰ ਜ਼ਿਆਦਾ ਜਿਹੜਾ ਇਸ ਦੇ ਵਿੱਚ ਤੇਜ਼ ਕਰ ਦਈਏ। ਸੋ ਇਹ ਜਿਹੜੀ ਇਸ ਟਾਈਮ ਸਥਿਤੀ ਬਣ ਚੁੱਕੀ ਆ। ਕਾਂਗਰਸਮੈਨ ਜਿਹੜੀ ਇੱਕ ਲਿੰਡਾ ਸੈਂਚੇਜ਼ ਆ ਹਾਊਸ ਦੀ ਡੈਮੋਕ੍ਰੇਟ ਆ, LA ਏਰੀਏ ਨੂੰ ਰਿਪਰੈਜ਼ੈਂਟ ਜਿਹੜੀ ਉਹ ਕਰਦੀ ਆ, ਉਹਨਾਂ ਨੇ ਜਿਹੜਾ ਦੋਸ਼ ਆ ਉਹ ਟਰੰਪ ਹੋਣਾ ਦੇ ਉੱਤੇ ਜਿਹੜਾ ਉਹ ਸਿੱਟ ਦਿੱਤਾ। ਉਹ ਕਹਿੰਦੇ ਵੀ ਇਹ ਜਿਹੜੀ ਸਿਵਲ ਅਨਰੈਸਟ ਉਸ ਦੀ ਡਿਸਟ੍ਰਿਕਟ ਦੇ ਵਿੱਚ ਇਸ ਟਾਈਮ ਜਿਹੜੀ ਵਾਪਰ ਰਹੀ ਆ ਇਹ ਉਸੇ ਇਲਾਕੇ ਨੂੰ ਜਿਹੜੀ ਰਿਪਰੈਜ਼ੈਂਟ ਕਰਦੀ ਆ। ਕਹਿੰਦੀ ਕਰੂਅਲ ਤੇ ਬ੍ਰੋਕਨ ਇਮੀਗ੍ਰੇਸ਼ਨ ਸਿਸਟਮ ਨੂੰ ਜਿਹੜਾ ਐਨਫੋਰਸ ਕਰ ਰਹੇ ਆ ਉਸ ਤੋਂ ਬਾਅਦ ਦੇ ਵਿੱਚ ਇਹ ਸਾਰਾ ਕੁਝ ਹੋਇਆ ਹੈਗਾ ਆ। ਨਿਊਸਮ ਨੂੰ ਗ੍ਰਿਫਤਾਰ ਕਰਨ ਦੀ ਗੱਲ ਜਿਹੜੀ ਆ ਟੌਮ ਹੂਮਨ ਨੇ ਜੋੜੀ ਸੀਗੀ ਤੇ ਨਿਊਸਮ ਵੀ ਅੱਗੋਂ ਜਿਹੜਾ ਉਹ ਟੁੱਟ ਕੇ ਉਹਨੂੰ ਪੈ ਗਿਆ। ਕਹਿੰਦਾ ਵੀ ਮੈਂ ਤੈਨੂੰ ਪਤਾ ਮੈਂ ਕਿੱਥੇ ਰਹਿਣਾ ਆ, ਆਗੇ ਕਰ ਲਾ ਗ੍ਰਿਫਤਾਰ ਜੇ ਤੂੰ ਕਰਨਾ ਆ। ਤੇ ਮੈਂ ਤਾਂ ਕਹਿੰਦਾ ਵੀ ਕੈਲੀਫੋਰਨੀਅਨਸ ਦੇ ਜਿਹੜਾ ਉਹ ਨਾਲ ਜਿਹੜਾ ਖੜੂੰਗਾ। ਟੌਮ ਹੂਮਨ ਜਿਹੜਾ ਹੁਣ ਕਹਿੰਦੇ ਵੀ ਇਸ ਪੂਰੀ ਗੱਲ ਦੇ ਉੱਤੇ ਪੁਸ਼ਬੈਕ ਕਰ ਰਹੇ ਆ ਔਰ ਰਿਫਿਊਟ ਕਰ ਰਹੇ ਇਹਨਾਂ ਕਲੇਮਸ ਨੂੰ। ਕਹਿੰਦੇ ਵੀ ਮੈਂ ਕੋਈ ਇਦਾਂ ਦਾ ਜਿਹੜਾ ਉਹ ਦਾਅਵਾ ਕੀਤਾ ਸੀ ਜਿਸ ਵਿੱਚ LA ਦੀ ਮੇਅਰ ਕੈਰਨ ਬਾਸ ਤੇ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਹਾਊਸ ਨੂੰ ਗ੍ਰਿਫਤਾਰ ਕਰਨ ਦੀ ਗੱਲ ਜਿਹੜੀ ਉਹ ਕੀਤੀ ਹੈ। ਕਹਿੰਦੇ ਵੀ ਮੇਰੀ ਗੱਲ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਤੇ ਟੇਕਨ ਆਊਟ ਆਫ ਕੰਟੈਕਸਟ ਵੀ ਗੱਲ ਤੋਂ ਜਿਹੜਾ ਉਹ ਪਰੇ ਜਿਹੜਾ ਉਹ ਇੱਕ ਹਿਸਾਬ ਦੇ ਨਾਲ ਡਿਫਰੈਂਟ ਢੰਗ ਦੇ ਨਾਲ ਰੱਖਿਆ ਗਿਆ ਹੈਗਾ ਆ। LA ਪੁਲਿਸ ਡਿਪਾਰਟਮੈਂਟ ਦੇ ਚੀਫ ਨੂੰ ਡੋਨਲਡ ਟਰੰਪ ਉਹਨਾਂ ਨੇ ਕਾਲ ਕੀਤੀ ਆ। ਉਹਨਾਂ ਨੇ ਇਹ ਕਾਲ ਕਰਕੇ ਕਿਹਾ ਵੀ ਰਿਕੁਐਸਟ ਕੀਤਾ ਵੀ ਨੈਸ਼ਨਲ ਗਾਰਡ ਰਾਈਟ ਨਾਓ ਜਿਹੜੇ ਆ ਉਹਨਾਂ ਨੂੰ ਬ੍ਰੌਟ ਇਨ ਕੀਤਾ ਜਾਣਾ ਚਾਹੀਦਾ ਆ LA ਦੇ ਵਿੱਚ ਇਸ ਜਿਹੜੀ ਲਾਅਲੈਸਨੈਸ ਸਿਚੁਏਸ਼ਨ ਬਣੀ ਆ ਉਸ ਨੂੰ ਲੈ ਕੇ। ਬਹੁਤ ਸਾਰੀਆਂ ਵੀਡੀਓਜ਼ ਹਰਜੋਤ ਸਿੰਘ ਜੀ ਜਿਹੜੀਆਂ ਆ ਰਹੀਆਂ ਆਈਸ ਦੇ ਏਜੰਟਸ ਦੇ ਪਿੱਛੇ ਲੋਕ ਭੱਜ ਰਹੇ ਆ। ਆਈਸ ਦੇ ਏਜੰਟਸ ਦੇ ਗੱਡੀਆਂ ਦੇ ਉੱਤੇ ਰੋਡ ਜਿਹੜੇ ਰੌਕ ਪੈਲਟਿੰਗ ਆ, ਪੱਥਰ ਜਿਹੜੇ ਉਹ ਮਾਰੇ ਜਾ ਰਹੇ ਆ। ਇੱਥੋਂ ਤੱਕ ਕਿ LAPD ਦੀਆਂ ਗੱਡੀਆਂ ਦੇ ਉੱਤੇ ਵੀ ਜਿਹੜੇ ਪੱਥਰ ਮਾਰੇ ਜਾ ਰਹੇ ਆ। ਕਈ ਥਾਵਾਂ ਦੇ ਉੱਤੇ ਤਾਂ ਗੱਡੀਆਂ ਦਾ ਇੰਨਾ ਨੁਕਸਾਨ ਜਿਹੜਾ ਉਹ ਹੋਇਆ ਵੀ ਉਸ ਨਾਲ ਤੁਸੀਂ ਦੇਖ ਸਕਦੇ ਆ ਵੀ ਜਿਹੜੇ ਪੁਲਿਸ ਵਾਲੇ ਆ ਉਹਨਾਂ ਨੂੰ ਆਪਣੀਆਂ ਗੱਡੀਆਂ ਛੱਡ ਕੇ ਵੀ ਜਿਹੜਾ ਉਹ ਭੱਜਣਾ ਪਿਆ। ਅੱਗ ਜਾਨੀ ਲੁੱਟ ਖੋਹ ਇਹੋ ਜਿਹੇ ਜਦੋਂ ਪ੍ਰੋਟੈਸਟ ਹੁੰਦੇ ਆ ਉਸ ਦੇ ਵਿੱਚ ਇਹ ਜਿਹੜੇ ਅਨਸਰ ਜਿਹੜੇ ਕੁਝ ਜਿਹੜੇ ਹਰਜੋਤ ਸਿੰਘ ਜੀ ਵੜ ਜਾਂਦੇ ਆ ਉਹਦੇ ਕਰਕੇ ਪੂਰੇ ਪ੍ਰੋਟੈਸਟ ਦਾ ਜਿਹੜਾ ਸੱਤਿਆਨਾਸ਼ ਜਿਹੜਾ ਉਹ ਕਹਿੰਦੇ ਵੀ ਹੋ ਜਾਂਦਾ ਆ। ਸੋ ਪਰ ਇਹ ਆ ਵੀ ਇਹ ਜਿਹੜੀ ਲਾਅਲੈਸਨੈਸ ਆ ਉਹ ਕਿਸੇ ਨੂੰ ਵੀ ਗਵਾਰਾ ਨਹੀਂ ਹੋਊਗੀ। ਈਵਨ ਤੁਹਾਡਾ ਜੇ ਕਾਜ਼ ਕਈ ਵਾਰੀ ਜਸਟ ਵੀ ਹੁੰਦਾ ਹੈ ਨਾ, ਜਦੋਂ ਉਸ ਦੇ ਵਿੱਚ ਵਾਇਲੈਂਸ ਥੈਫਟ ਤੇ ਉਹ ਸਾਰੀਆਂ ਚੀਜ਼ਾਂ ਆ ਜਾਂਦੀਆਂ ਤਾਂ ਲੋਕ ਉਸ ਚੀਜ਼ ਦੇ ਜਿਹੜੇ ਉਹ ਉਲਟ ਹੋਣੇ ਜਿਹੜੇ ਉਹ ਸ਼ੁਰੂ ਹੋ ਜਾਂਦੇ ਆ। ਸੋ LAPD ਨੇ ਜਿਹੜਾ ਡਿਕਲੇਅਰ ਕਰ ਦਿੱਤਾ ਵੀ ਅਨਲਾਫੁਲ ਅਸੈਂਬਲੀ ਡਾਊਨਟਾਊਨ ਦੇ ਵਿੱਚ ਨਹੀਂ ਹੋ ਸਕਦੀ ਹੈਗੀ। ਸੋ ਮਾਸਕ ਪਾਉਣ ਤੋਂ ਕਿੱਦਾਂ ਜਿਹੜੀ ਉਹ ਚਰਚਾਵਾਂ ਜਿਹੜੀਆਂ ਉਹ ਛਿੜੀਆਂ ਵੀ ਤੁਸੀਂ ਮਾਸਕ ਪਾ ਕੇ ਪ੍ਰੋਟੈਸਟ ਨਹੀਂ ਕਰ ਸਕਦੇ। ਲੋਕਾਂ ਨੂੰ ਗ੍ਰਿਫਤਾਰ ਕਰਨ ਦੀਆਂ ਗੱਲਾਂ ਜਿਹੜੀਆਂ ਆ ਬਹੁਤ ਜ਼ਿਆਦੀਆਂ ਜਿਹੜੀਆਂ ਉਹ ਛਿੜੀਆਂ। LAPD ਦੇ ਲਗਾਤਾਰ ਜਿਹੜੇ ਅਫਸਰ ਨੇ ਉਹ ਕਹਿ ਰਹੇ ਆ ਵੀ ਸਾਡੇ ਜਿਹੜੇ ਅਫਸਰ ਆ ਉਹ ਅੰਡਰ ਅਟੈਕ ਹੈਗੇ ਨੇ। ਸੋ ਇਹ ਸਿਚੁਏਸ਼ਨ ਕੋਈ ਬੜੀ ਚੰਗੀ ਨਹੀਂ ਹੋਣੀ। 90s ਦੇ ਵਿੱਚ ਵੀ ਹਰਜੋਤ ਸਿੰਘ ਜੀ ਇਦਾਂ ਦੇ ਹੀ ਜਿਹੜੇ ਹਾਲਾਤ ਆ ਉਹ ਉਦੋਂ ਬਣੇ ਸੀਗੇ। ਉਦੋਂ ਵੀ ਬਹੁਤ ਜ਼ਿਆਦਾ ਜਿਹੜੀ ਵਾਇਲੈਂਸ ਆ ਉਦੋਂ LA ਨੂੰ ਦੇਖਣੀ ਪਈ ਸੀ। 1992 ਦੇ ਵਿੱਚ ਲਾਸ ਐਂਜਲਸ ਜਿਹੜੇ ਰਾਇਟਸ ਹੋਏ ਸੀ ਉਹਨਾਂ ਦੇ ਦੌਰਾਨ $1 ਬਿਲੀਅਨ ਦਾ ਨੁਕਸਾਨ ਹੋਇਆ ਸੀ ਤੇ 68 ਦੇ ਕਰੀਬ ਮੌਤਾਂ ਹੋਈਆਂ ਸੀ। ਬਹੁਤ ਸਾਰੇ ਲੋਕਾਂ ਦੇ ਜਿਹੜੇ ਬਿਜ਼ਨੈਸਸ ਆ ਉਹ ਲੁੱਟੇ ਗਏ ਸੀ। 10,000 ਤੋਂ ਵੱਧ ਆਰਮਡ ਫੋਰਸਿਸ ਬੁਲਾਈਆਂ ਗਈਆਂ ਸੀ। 63 ਲੋਕਾਂ ਦੀ ਜਿਹੜੀ ਮੌਤ ਹੋਈ ਸੀ, 2383 ਫੱਟੜ ਹੋਏ ਸੀ। 12,000 ਲੋਕਾਂ ਨੂੰ ਉਸ ਟਾਈਮ ਦੇ ਉੱਤੇ ਅਰੈਸਟ ਕੀਤਾ ਗਿਆ ਸੀ। ਸੋ ਜਿਹੜਾ ਹੁਣ ਵੀ ਪ੍ਰੋਟੈਸਟ ਹੋ ਰਿਹਾ ਅਮਰੀਕਾ ਦੇ ਝੰਡੇ ਨੂੰ ਅੱਗ ਲਾਣੀ, ਜੋ ਆਈਸ ਦੀਆਂ ਗੱਡੀਆਂ, ਪੁਲਿਸ ਦੀਆਂ ਗੱਡੀਆਂ ਉਹਨਾਂ ਤੇ ਪੱਥਰ ਮਾਰਨੇ, ਬਹੁਤ ਸਾਰੇ ਲੋਕਾਂ ਦੀ ਪ੍ਰਾਪਰਟੀ ਦਾ ਨੁਕਸਾਨ ਕਰਨਾ, ਇਹ ਇੱਕ ਮਾੜੀ ਗੱਲ ਹੈਗੀ ਆ। ਸੋ ਉਸ ਚੱਕਰ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਿਹਾ ਵੀ ਇਹ ਡੈਮੋਕ੍ਰੇਟਾਂ ਨੇ ਇਹ ਜਿਹੜੀ ਸਿਚੁਏਸ਼ਨ ਬਣਾਈ ਆ
ਇਹਨਾਂ ਨੇ ਏਦਾਂ ਬੰਦੇ ਜਿਹੜੇ ਇਲੀਗਲੀ ਇੰਨੇ ਸੱਦੇ ਆ ਬਾਰਡਰ ਕ੍ਰਾਸ ਕਰਕੇ, ਤੇ ਹੁਣ ਉਹ ਜਿਹੜੇ ਆ ਇਦਾਂ ਦੀ ਵਾਇਲੈਂਸ ਕਰ ਰਹੇ ਹੈਗੇ ਆ। ਜਿਹੜੇ ਯੂਨੀਅਨ ਮੈਂਬਰਸ ਆ, ਇੱਕ ਪਾਸੇ ਉਹ ਪ੍ਰੋਟੈਸਟ ਕਰ ਰਹੇ ਆ, ਦੂਜੇ ਪਾਸੇ ਉਹ ਕਹਿੰਦੇ ਵੀ ਜਿਹੜੇ ਬੰਦੇ ਅਨਡਾਕੂਮੈਂਟਡ ਆ ਉਹ ਘੱਟ ਸੈਲਰੀ ਦੇ ਉੱਤੇ ਕੰਮ ਕਰਦੇ ਹੈਗੇ ਆ। ਸੋ ਫਾਰ ਜੋ ਉੱਥੇ ਵਾਇਲੈਂਸ ਹੋਈ ਆ, ਈਵਨ ਅੱਜ ਸਵੇਰੇ ਵੀ ਇੱਕ ਹਾਈਵੇ ਬੰਦ ਕੀਤਾ ਹੋਇਆ ਸੀ, ਤੇ 40 ਦੇ ਕਰੀਬ ਅਰੈਸਟ ਹੋ ਚੁੱਕੇ ਆ। 5 ਜਿਹੜੇ ਲਾ ਇਨਫੋਰਸਮੈਂਟ ਦੇ ਲੋਕ ਆ, ਉਹਨਾਂ ਦੇ ਸੱਟਾਂ ਲੱਗੀਆਂ। ਲਾਸ ਐਂਜਲਸ ਕਾਉਂਟੀ ਦੀ ਸ਼ੈਰਿਫ ਡਿਪਾਰਟਮੈਂਟ ਨੇ ਇਹ ਦੱਸਿਆ, ਤੇ ਨਾਲ ਕੈਲੀਫੋਰਨੀਆ ਹਾਈਵੇ ਪੈਟਰੋਲ ਵਾਲਿਆਂ ਨੇ ਇਹ ਜਿਹੜੇ ਫਿਗਰਸ ਦਿੱਤੇ ਹੈਗੇ ਆ। LAPD ਦੇ ਆਫੀਸਰ ਮੈਡੀਸਨ ਨੇ ਕਨਫਰਮ ਕੀਤਾ ਆ ਵੀ ਅਸੀਂ ਕੋਸ਼ਿਸ਼ ਕਰ ਰਹੇ ਹੈਗੇ ਆ ਲੋਕਾਂ ਨੂੰ ਡਿਸਪਰਸ ਕਰਨ ਦੇ ਲਈ। ਕਈ ਜਗ੍ਹਾ ਦੇ ਉੱਤੇ ਗੈਸ ਵੀ ਯੂਜ਼ ਕੀਤੀ ਗਈ ਹੈ, ਕੁੱਟਮਾਰ ਵੀ ਜਿਹੜੀ ਆ ਉਹਨਾਂ ਦੀ ਹੋਈ ਹੈਗੀ ਆ। ਡੈਨੀਅਲ ਕੇਨੇ CHP ਦੇ ਆ, ਉਹਨਾਂ ਨੇ ਕਿਹਾ ਵੀ 19 ਦੇ ਕਰੀਬ ਲੋਕ ਉਹਨਾਂ ਨੇ ਖੁਦ ਜਿਹੜੇ ਉਹਨਾਂ ਦੀ ਏਜੰਸੀ ਆ ਉਹਨਾਂ ਨੇ ਅਰੈਸਟ ਕੀਤੇ ਹੈਗੇ ਆ। ਜਿਹੜੇ ਪ੍ਰੋਟੈਸਟਰਸ ਆ ਇੰਨੇ ਵਾਇਲੈਂਟ ਹੋਏ ਆ, ਇਹਨਾਂ ਨੇ ਸਟੋਰ ਤੋੜਤੇ, ਸਟੋਰਾਂ ਦਾ ਸਮਾਨ ਲੁੱਟ ਲਿਆ, ਵਾਈਮੋ ਵਹੀਕਲਸ ਨੂੰ ਅੱਗਾਂ ਲਾ ਦਿੱਤੀਆਂ। ਲਾ ਇਨਫੋਰਸਮੈਂਟ ਦੇ ਜੋ ਵਹੀਕਲ ਸੀਗੀਆਂ ਜਦੋਂ ਲੰਘਦੀਆਂ ਸੀਗੀਆਂ, ਉਹਨਾਂ ਦੇ ਉੱਤੇ ਜਿਹੜੇ ਪੱਥਰ ਮਾਰੇ ਹੈਗੇ ਆ। ਸੋ ਉਸੇ ਕਰਕੇ ਜਿਹੜੇ ਲਾ ਇਨਫੋਰਸਮੈਂਟ ਦੇ ਆਫੀਸਰਸ ਆ ਉਹਨਾਂ ਦੇ ਸੱਟਾਂ ਲੱਗੀਆਂ ਹੈਗੀਆਂ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਿਲਟਰੀ ਪਰਸਨਲ ਬੁਲਾ ਲਏ ਹੈਗੇ ਆ ਲਾਸ ਐਂਜਲਸ ਦੇ ਵਿੱਚ। ਇੱਕ ਜਗ੍ਹਾ ਤੇ ਤਾਂ ਇਹ ਵੀ ਆ ਰਿਹਾ ਕਿ 2000 ਤੋਂ ਵੱਧ ਲੋਕ ਜਿਹੜੇ ਆ ਉਹ ਬੁਲਾਏ ਹੈਗੇ ਆ। ਸੋ ਲਾਸ ਐਂਜਲਸ ਦੇ ਵਿੱਚ ਜੋ ਇਮੀਗ੍ਰੇਸ਼ਨ ਦੇ ਬਾਬਤ ਆਈਸ ਦੇ ਅਗੇਂਸਟ ਪ੍ਰੋਟੈਸਟ ਹੋ ਰਹੇ ਹੈਗੇ ਆ, ਉਹਦੇ ਸੰਬੰਧ ਦੇ ਵਿੱਚ ਗਵਰਨਰ ਗੈਬਨ ਨਿਊਸਮ ਹੁਣ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਸੂ ਕਰ ਰਿਹਾ ਆ ਵੀ ਜੋ ਨੈਸ਼ਨਲ ਗਾਰਡ ਭੇਜੇ ਗਏ ਆ ਉਹਦੇ ਕਰਕੇ ਹੀ ਜਿਹੜੀ ਆ ਇੰਨੀ ਜ਼ਿਆਦਾ ਜਿਹੜੀ ਲਾਸ ਐਂਜਲਸ ਦੇ ਵਿੱਚ ਟੈਨਸ਼ਨ ਹੋਈ ਹੈਗੀ ਆ। ਵਾਈਟ ਹਾਊਸ ਦੇ ਪ੍ਰੈਸ ਸੈਕਟਰੀ ਕੈਰੋਲਿਨ ਲਵਿਟ ਉਹਨਾਂ ਨੇ ਇਹ ਦੱਸਿਆ ਵੀ 2000 ਨੈਸ਼ਨਲ ਗਾਰਡਸ ਜੋ ਲਾਲੈਸਨੈਸ ਆ ਉਸ ਨੂੰ ਐਡਰੈਸ ਕਰਨ ਦੇ ਲਈ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਭੇਜੇ ਗਏ ਆ। ਤੇ ਟਰੰਪ ਐਡਮਿਨਿਸਟ੍ਰੇਸ਼ਨ ਇਹ ਕੋਸ਼ਿਸ਼ ਕਰ ਰਿਹਾ ਜਿਹੜਾ ਡੈਮੋਕ੍ਰੇਟਸ ਨੇ ਮੈਨੂਫੈਕਚਰ ਕੀਤਾ ਹੈ ਕ੍ਰਾਈਸਿਸ, ਉਸ ਨੂੰ ਠੱਲ ਪਾਉਣ ਦੇ ਲਈ। ਤੇ LA ਇਸ ਟਾਈਮ ਕਾਫੀ ਬੁਰੀ ਸਿਚੁਏਸ਼ਨ 'ਚ ਆ। ਜੇ ਕੋਈ ਸਾਡਾ ਸਰੋਤਾ ਉੱਧਰ ਗਏ ਵੀ ਹੋਇਆ, ਖਾਸ ਕਰਕੇ ਟਰੱਕਾਂ ਵਾਲੇ, ਜਰੂਰ ਦੱਸਿਓ, ਕਿਉਂਕਿ ਸਵੇਰੇ ਇੱਕ ਹਾਈਵੇ ਬੰਦ ਸੀ, ਬਹੁਤ ਸਾਰੀਆਂ ਸਟਰੀਟਸ ਵੀ ਬੰਦ ਕੀਤੀਆਂ ਗਈਆਂ ਹੈਗੀਆਂ। ਅੱਗਾਂ ਲੱਗੀਆਂ, ਧੂਆਂ ਬਹੁਤ ਜ਼ਿਆਦਾ ਦਿਸ ਰਿਹਾ ਹੈਗਾ, ਬਹੁਤ ਕਾਫੀ ਵੱਖ-ਵੱਖ ਲੋਕੇਸ਼ਨਾਂ ਤੋਂ। ਸੋ ਲੋਕ ਕਮਲੇ ਹੈਗੇ ਆ, ਠੀਕ ਆ। ਇਹਦੇ ਸੰਬੰਧ ਦੇ ਵਿੱਚ ਜਸਟਿਸ ਡਿਪਾਰਟਮੈਂਟ ਨੇ ਇਹ ਕਿਹਾ ਵੀ ਅਮਰੀਕਾ ਦਾ ਕਨਸਟੀਟਿਊਸ਼ਨ ਤੁਹਾਨੂੰ ਅਸੈਂਬਲ ਹੋਣ ਦੇ ਲਈ, ਪ੍ਰੋਟੈਸਟ ਕਰਨ ਦੇ ਲਈ ਜਿਹੜਾ ਆ ਉਹ ਅਲਾਉ ਕਰਦਾ ਹੈਗਾ, ਨਾ ਕਿ ਤੁਸੀਂ ਕਿਸੇ ਦੇ ਜਿਹੜੀ ਸੱਟ ਚੋਟ ਲਾਓ ਤੇ ਵਾਇਲੈਂਸ ਕਰੋ ਤੇ ਪ੍ਰਾਪਰਟੀ ਦਾ ਨੁਕਸਾਨ ਕਰੋ, ਤੇ ਪ੍ਰਾਪਰਟੀ ਨੂੰ ਜਿਹੜਾ ਅੱਗਾ ਲਾਓ। ਹਾਈਵੇ 101 ਜਿਹੜਾ ਉਹ ਸ਼ਟ ਡਾਊਨ ਕੀਤਾ ਸੀ, ਉਹਦੀਆਂ ਕੁਛ ਪਿਕਚਰਸ ਵੀ ਹੁਣ ਆਉਣੀਆਂ ਸ਼ੁਰੂ ਹੋਈਆਂ ਹੈਗੀਆਂ। ਸੋ ਹੁਣ ਇਹ ਪਤਾ ਨਹੀਂ ਜਿਸ ਟਾਈਮ ਤੇ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਹਾਂ ਪੇ ਕਲੀਨ ਕਰ ਦਿੱਤਾ ਗਿਆ ਜਾਂ ਨਹੀਂ। ਸੈਨੇਟਰ ਐਲੈਕਸ ਪਡੀਆ ਨੇ, ਜੋ ਆਪਣੇ ਕੈਲੀਫੋਰਨੀਆ ਦੇ ਸੈਨੇਟਰ ਆ, ਉਹਨਾਂ ਨੇ ਵੀ ਟਰੰਪ ਐਡਮਿਨਿਸਟ੍ਰੇਸ਼ਨ ਦਾ ਬਹੁਤ ਜ਼ਿਆਦਾ ਵਿਰੋਧ ਕੀਤਾ ਆ। ਕੱਲਾ ਇਹ ਨਹੀਂ ਕਹਿੰਦੇ, 21 ਦੇ ਕਰੀਬ ਜਿਹੜੇ ਗਵਰਨਰਸ ਆ ਉਹਨਾਂ ਨੇ ਚਿੱਠੀ ਲਿਖੀ ਆ, ਜੋ ਡੈਮੋਕ੍ਰੇਟ ਗਵਰਨਰਸ ਆ, ਵੀ ਇਹ ਜਿਹੜੇ ਨੈਸ਼ਨਲ ਗਾਰਡਸ ਆ ਇਹ ਨਹੀਂ ਭੇਜਣੇ ਚਾਹੀਦੇ ਹੈਗੇ। ਤੇ ਬਹੁਤ ਸਾਰਾ ਜਿਹੜਾ ਬਲੇਮ ਆ ਉਹ ਪ੍ਰੈਜ਼ੀਡੈਂਟ ਟਰੰਪ ਤੇ ਲਾ ਰਹੇ ਆ ਵੀ ਜੀ ਇਹ ਜੋ ਨੈਸ਼ਨਲ ਗਾਰਡ ਭੇਜੇ ਗਏ ਆ ਇਹਨਾਂ ਕਰਕੇ ਜਿਹੜੀ ਵਾਇਲੈਂਸ ਵਧੀ ਹੈਗੀ ਆ। ਜੀ ਪਰ ਹਰਜੋਤ ਸਿੰਘ ਪ੍ਰੋਟੈਸਟ ਜੀ ਕਾਫੀ ਲੰਬੇ ਸਮੇਂ ਤੋਂ ਚੱਲ ਰਹੇ ਸੀ। ਜੀ ਹਰਜੋਤ ਸਿੰਘ ਜੀ ਦੱਸਦੇ ਜਾਈਏ ਵੀ ਸ਼ੁਰੂਆਤ ਜਿਹੜੀ ਉਹ ਕਿਉਂ ਹੋਈ ਪ੍ਰੋਟੈਸਟ ਦੀ, ਵੀ ਜਿਹੜੇ ਆਈਸ ਵਾਲਿਆਂ ਨੇ ਛਾਪੇਮਾਰੀ ਕਰਕੇ ਕਿਸੇ ਦੇ ਰਿਮੂਵਲ ਆਰਡਰ ਲੱਗੇ ਆ, ਕਿਸੇ ਦੇ ਨਹੀਂ ਲੱਗੇ। ਉਹਨਾਂ ਨੇ 118 ਬੰਦੇ ਜਿਹੜੇ ਆ ਰੀਸੈਂਟਲੀ LA ਦੇ ਆਪਰੇਸ਼ਨ ਦੇ ਵਿੱਚ ਜਿਹੜੇ ਫੜੇ ਸੀ। ਲੋਕਾਂ ਨੇ ਆਈਸ ਵਾਲਿਆਂ ਦੀ ਜਿਹੜੀ ਉਹ ਵਿਰੋਧਤਾ ਕੀਤੀ ਵੀ ਤੁਸੀਂ ਬਗੈਰ ਕੁਛ ਸਮਝ ਬੂਝ ਤੋਂ, ਬਗੈਰ ਕਿਸੇ ਡਿਊ ਪ੍ਰੋਸੈਸ ਤੋਂ, ਨਿਆਣਿਆਂ ਤੋਂ ਲੈ ਕੇ ਸਿਆਣਿਆਂ ਤੱਕ ਸਭ ਨੂੰ ਜਿਹੜਾ ਆ ਉਹ ਤੁਸੀਂ ਗ੍ਰਿਫਤਾਰ ਕਰੀ ਜਾ ਰਹੇ ਹੈਗੇ ਆ। ਉਸ ਤੋਂ ਬਾਅਦ ਉਹ ਪ੍ਰੋਟੈਸਟ ਹੋਣੇ ਸ਼ੁਰੂ ਹੋਏ। ਫਿਰ ਉਸ ਤੋਂ ਬਾਅਦ 'ਚ ਜਿਹੜੇ ਪ੍ਰੋਟੈਸਟ ਆ ਉਹ ਇਹ ਰੂਪ ਅਖਤਿਆਰ ਕਰ ਗਏ। ਨੈਸ਼ਨਲ ਗਾਰਡਸ ਦਾ ਜਿਹੜਾ ਜਦੋਂ ਹੋਰ ਰੌਲਾ ਪੈ ਗਿਆ, ਪੁਲਿਸ ਦੇ ਦੁਆਰਾ ਟੀਅਰ ਗੈਸ, ਪੈਪਰ ਸਪਰੇ, ਰਬੜ ਬੁਲਟ ਤੱਕ ਦੀ ਵਰਤੋਂ ਕੀਤੀ ਗਈ। ABC ਨਿਊਜ਼ ਆਸਟ੍ਰੇਲੀਆ ਤੋਂ ਆਈ ਇੱਕ ਜਿਹੜੀ ਬੀਬੀ ਪੱਤਰਕਾਰ ਸੀਗੀ, ਉਹ ਉੱਥੇ ਫਰੰਟ ਲਾਈਨ ਤੋਂ ਜਦ ਪ੍ਰੋਟੈਸਟ ਨੂੰ ਕਵਰ ਕਰ ਰਹੀ ਸੀ ਤੇ ਪੁਲਿਸ ਵਾਲੇ ਨੇ ਉਹਦੇ ਵੱਲ ਨਿਸ਼ਾਨਾ ਸੇਧ ਕੇ ਸਿੱਧਾ ਜਿਹੜੀ ਆ
ਰਬੜ ਬੁਲਟ ਜਿਹੜੀ ਉਹ ਮਾਰੀ, ਜਦ ਕਿ ਇਹ ਮੰਨਿਆ ਜਾਂਦਾ ਹੈ ਵੀ ਰਬੜ ਬੁਲਟ ਸਿੱਧੀ ਜਿਹੜੀ ਪ੍ਰੋਟੈਸਟ ਦੇ ਉੱਤੇ ਨਹੀਂ ਮਾਰੀ ਦੀ, ਥੱਲੇ ਜ਼ਮੀਨ ਤੇ ਮਾਰ ਕੇ ਉਸ ਤੋਂ ਬਾਅਦ ਚ ਰਿਕੋਸ਼ੇ ਹੋ ਕੇ ਜਿਹੜੀ ਉਹਨਾਂ ਦੇ ਵੱਜ ਜਾਵੇ ਤਾਂ ਇੱਕ ਡਿਫਰੈਂਟ ਗੱਲ ਹੁੰਦੀ ਆ। ਸੋ ਇਹ ਵੀ ਜਿਹੜਾ ਦੇਖਣ ਵਾਲੀ ਗੱਲ ਆ ਵੀ ਜਿਸ ਸੰਦਰਭ ਦੇ ਵਿੱਚ ਇਹ ਪ੍ਰੋਟੈਸਟ ਸ਼ੁਰੂ ਹੋਏ ਸੀ, ਉਸ ਦਾ ਮਾਇਨਾ ਹੀ ਟੋਟਲੀ ਜਿਹੜਾ ਹੁਣ ਤੱਕ ਬਦਲ ਚੁੱਕਾ ਹੈਗਾ ਆ। ਸੋ ਆਈਸ ਵਾਲਿਆਂ ਨੇ ਆਪ ਪੋਸਟ ਕਰਕੇ ਜਿਹੜਾ ਦੱਸਿਆ ਸੀ ਵੀ ਉਹਨਾਂ ਨੇ 118 ਬੰਦਿਆਂ ਨੂੰ ਗ੍ਰਿਫਤਾਰ ਕੀਤਾ, ਐਲਏ, ਪੈਰਾਮਾਊਂਟ ਤੇ ਕੌਂਪਟਨ ਦੇ ਜਿਹੜੇ ਉਹ ਇਲਾਕਿਆਂ ਦੇ ਵਿੱਚ। ਉਸ ਤੋਂ ਬਾਅਦ ਦੇ ਵਿੱਚ ਜਿਹੜੇ ਪ੍ਰੋਟੈਸਟ ਆ ਇਹ ਰੂਪ ਨੂੰ ਅਖਤਿਆਰ ਜਿਹੜਾ ਉਹ ਕਰ ਗਏ। ਕਹਿੰਦੇ ਵੀ ਪ੍ਰੋਟੈਸਟਰ ਆ ਪੁਲਿਸ ਦੇ ਨਾਲ, ਟਰੂਪਸ ਦੇ ਨਾਲ ਕਲੈਸ਼ ਜਿਹੜੇ ਉਹ ਹੋਏ ਸੀ ਮੈਟਰੋਪੋਲੀਟਨ ਡਿਟੈਂਸ਼ਨ ਸੈਂਟਰ ਦੇ ਨਜ਼ਦੀਕ, ਜਦ ਪ੍ਰੋਟੈਸਟਰਸ ਆ ਉੱਥੇ ਪਹੁੰਚ ਰਹੇ ਸੀਗੇ। LAPD ਨੇ ਆਥੋਰਾਈਜ਼ ਕਰ ਦਿੱਤਾ ਯੂਜ਼ ਲੈਸ ਲੀਥਲ ਮਿਊਨੀਸ਼ਨਸ ਦਾ, ਜਦੋਂ ਕਿੰਨੀਆਂ ਗੱਡੀਆਂ ਨੂੰ ਜਿੱਦਾਂ ਵਾਈਮੋ ਵਾਲਿਆਂ ਦੀਆਂ ਤੇ ਹੋਰ ਉਹ ਸਾੜ ਕੇ ਸਵਾਹ ਕਰ ਦਿੱਤੀਆਂ ਗਈਆਂ ਸੀ। ਕਹਿੰਦੇ ਵੀ ਪੁਲਿਸ ਵਾਲਿਆਂ ਦੇ ਦੁਆਰਾ ਕੰਕਰੀਟ ਬੋਟਲਸ ਤੇ ਹੋਰ ਜਿਹੜੀਆਂ ਚੀਜ਼ਾਂ ਆ ਉਹ ਪੁਲਿਸ ਵਾਲਿਆਂ ਦੇ ਉੱਤੇ, ਟਰੂਪਸ ਦੇ ਉੱਤੇ ਜਿਹੜੀਆਂ ਉਹ ਸੁੱਟੀਆਂ ਜਿਹੜੀਆਂ ਉਹ ਜਾ ਰਹੀਆਂ ਹੈਗੀਆਂ ਆ। 300 ਕੈਲੀਫੋਰਨੀਆ ਨੈਸ਼ਨਲ ਗਾਰਡਸ ਉਹਨਾਂ ਨੂੰ ਡਿਪਲੋਏ ਕੀਤਾ ਗਿਆ 3 ਸਾਈਟਸ ਦੇ ਉੱਤੇ। LA ਡੀਆਨਾ ਕ੍ਰਾਫਟ ਪੇਲੋ ਡਿਪਟੀ ਡਾਇਰੈਕਟਰ ਕਮਿਊਨੀਕੇਸ਼ਨ ਜਿਹੜੇ ਆ ਗਵਰਨਰ ਨਿਊਸਮ ਦੇ, ਉਹਨਾਂ ਨੇ ਜਿਹੜਾ ਉਹ ਦੱਸਿਆ ਹੈਗਾ ਆ। ਹੁਣ ਇੱਥੇ ਮਸਲਾ ਜਿਹੜਾ ਇੱਕ ਹੋਰ ਹਰਜੋਤ ਸਿੰਘ ਜੀ, ਇੱਕ ਡਿਫਰੈਂਟ ਜਿਹੜਾ ਇਹ ਪੈ ਗਿਆ ਫੈਡਰਲਿਜ਼ਮ ਦਾ, ਵੀ ਸੂਬੇ ਦੇ ਨੈਸ਼ਨਲ ਗਾਰਡਸ ਨੂੰ ਜੇ ਫੈਡਰਲ ਤੌਰ ਦੇ ਉੱਤੇ ਜਿਹੜਾ ਕਹਿੰਦੇ ਵੀ ਯੂਜ਼ ਕੀਤਾ ਜਾਊਗਾ ਤਾਂ ਸੂਬੇ ਦੇ ਵੱਧ ਅਧਿਕਾਰਾਂ ਦੀ ਜਿਹੜਾ ਇਸ ਦੇ ਵਿੱਚ ਘਰਨ ਹੁੰਦੀ ਆ। ਸੋ ਇਹ ਜਿਹੜਾ ਇੱਕ ਹੋਰ ਐਂਗਲ ਇਹਨਾਂ ਪ੍ਰੋਟੈਸਟ ਦੇ ਵਿੱਚ ਨੈਸ਼ਨਲ ਗਾਰਡਸ ਦੀ ਡਿਪਲੋਇਮੈਂਟ ਨੂੰ ਲੈ ਕੇ ਉਹ ਸਾਹਮਣੇ ਜਿਹੜਾ ਉਹ ਆ ਗਿਆ ਆ। ਸੋ ਉਸ ਦਾ ਕੀ ਬਣੂਗਾ, ਉਹ ਇੱਕ ਡਿਫਰੈਂਟ ਜਿਹੜੀ ਇਸ ਟਾਈਮ ਸਟੋਰੀ ਜਿਹੜੀ ਉਹ ਬਣੀ ਪਈ ਆ। ਕੱਲ ਜਿਹੜੀ ਹਰਜੋਤ ਸਿੰਘ ਜੀ ਉਹਦਾ ਗੱਲਾਂ ਤੇ ਕਈ ਵਾਰੀ ਜਿਹੜੇ ਪੋਲੀਟੀਸ਼ੀਅਨਾਂ ਦੀਆਂ ਤੇ ਹਾਸਾ ਹੀ ਜਿਹੜਾ ਉਹ ਆਉਂਦਾ ਆ। ਜਿਹੜੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਇਸ ਟਾਈਮ ਮੇਨ ਹੈਗੇ ਨੇ ਕ੍ਰਿਸਟੀ ਨਿਯਮ, ਉਹ ਕਹਿੰਦੇ ਵੀ ਜੇ ਤੁਸੀਂ ਲਾ ਐਨਫੋਰਸਮੈਂਟ ਦੇ ਉੱਤੇ ਕੁੱਟਮਾਰ ਕਰੋਗੇ ਤਾਂ ਇਦਾਂ ਦੀ ਗੱਲ ਕਰੋਗੇ, ਵਾਇਲੈਂਸ ਕਰੋਗੇ ਤੇ ਤੁਹਾਨੂੰ ਬਖਸ਼ਿਆ ਨਹੀਂ ਜਾਊਗਾ। ਜਦ ਕਿ 1500 ਬੰਦਾ ਹੁਣੇ ਟਰੰਪ ਹੁਣੇ ਛੱਡ ਕੇ ਹਟੇ ਆ, ਜਿਨ੍ਹਾਂ ਨੇ ਕੈਪੀਟਲ ਦੀ ਬਿਲਡਿੰਗ ਦੇ ਵਿੱਚ ਪੁਲਿਸ ਵਾਲਿਆਂ ਨੂੰ ਕੁੱਟਣ ਵਾਲੇ, ਮਾਰਨ ਵਾਲੇ ਸਾਰੇ ਜਿਹੜੇ ਉਹ ਮਾਫ ਜਿਹੜੇ ਉਹ ਕਰ ਦਿੱਤੇ ਸੀਗੇ। ਸੋ ਜਦੋਂ ਤਾਂ ਜਿਹੜੀ ਚੀਜ਼ ਕਿਸੇ ਨੂੰ ਭਾਉਂਦੀ ਆ ਉਹ ਉਦਾਂ ਦਾ ਬਿਆਨ ਮੂੰਹ ਚੱਕ ਕੇ ਦੇ ਦਿੰਦਾ, ਅਗਲੇ ਵਹਿੰਦੇ ਨਹੀਂ ਆ ਵੀ ਅੱਗੇ ਪਿੱਛੇ ਜਿਹੜਾ ਉਹ ਕੀ ਕੀਤਾ ਜਾ ਰਿਹਾ ਸੀ। ਡਿਫੈਂਸ ਦੇ ਸਕੱਤਰ ਪੀਟ ਹੈਗਸੈਥ ਉਹਨਾਂ ਨੇ ਕਿਹਾ ਵੀ ਐਕਟਿਵ ਡਿਊਟੀ ਜਿਹੜੇ ਮਰੀਨਸ ਆ ਕੈਂਪ ਪੈਡਲਟਨ ਤੋਂ, ਉਹਨਾਂ ਨੂੰ ਹਾਈ ਅਲਰਟ ਦੇ ਉੱਤੇ ਅਸੀਂ ਰੱਖਿਆ ਸੀ। ਕਹਿੰਦੇ ਸੀਗੇ ਵੀ ਜੇ ਵਾਇਲੈਂਸ ਕੰਟੀਨਿਊ ਰਹਿੰਦੀ ਆ ਤਾਂ ਉਹਨਾਂ ਨੂੰ ਮੋਬਿਲਾਈਜ਼ ਜਿਹੜਾ ਉਹ ਕੀਤਾ ਜਾ ਸਕਦਾ ਆ। ਇੱਕ ਬਲੈਕ ਹਾਕ ਹੈਲੀਕਾਪਟਰ ਇੱਕ ਚੌਰਾਹੇ ਦੇ ਵਿੱਚ ਉਤਰ ਕੇ ਹਥਿਆਰ ਜਿਹੜੇ ਆ ਉਹ ਇਹਨਾਂ ਟਰੂਪਸ ਨੂੰ ਤੇ ਉਹਨਾਂ ਨੂੰ ਫੜਾਉਂਦਾ ਹੋਇਆ ਨਜ਼ਰ ਆਇਆ। ਲੋਕਾਂ ਨੇ ਕਿਹਾ ਵੀ ਇਹ ਇੱਕ ਹਿਸਾਬ ਦੇ ਨਾਲ ਲੋਕਾਂ ਦਾ ਪ੍ਰੋਟੈਸਟ ਦਾ ਮੂੰਹ ਬੰਦ ਕਰਾਉਣ ਦੇ ਲਈ ਇੱਕ ਪੁਲਿਸ ਸਟੇਟ ਵੱਲ ਨੂੰ ਜਿਹੜਾ ਅਮਰੀਕਾ ਆ ਉਹ ਵੱਧ ਰਿਹਾ ਆ। ਸੋ ਇਹ ਕਹਿੰਦੇ ਵੀ 1960 ਤੋਂ ਬਾਅਦ ਚ ਪਹਿਲੀ ਵਾਰ ਹੋਇਆ ਆ ਵੀ ਫੈਡਰਲ ਸਰਕਾਰ ਨੇ ਨੈਸ਼ਨਲ ਗਾਰਡਸ ਟਰੂਪਸ ਆ ਉਹਨਾਂ ਨੂੰ ਸੱਦਿਆ ਆ, ਉਹ ਵੀ ਗਵਰਨਰ ਦੀ ਕੰਸੈਂਟ ਤੋਂ ਬਗੈਰ। ਸੋ ਇਹ ਵੀ ਜਿਹੜੀ ਇੱਕ ਨਵੀਂ ਚੀਜ਼ ਆ ਇਸ ਦੇ ਵਿੱਚ ਵਾਪਰੀ ਆ। ਲਾਸ ਐਂਜਲਸ ਦੀ ਮੇਅਰ ਕੈਰਨ ਬਾਸ ਆ, ਉਹਨਾਂ ਨੇ ਕਿਹਾ ਵੀ ਵਾਇਲੈਂਸ ਅਸੀਂ ਬਿਲਕੁਲ ਨਹੀਂ ਕਰਾਂਗੇ, ਜਿਹੜਾ ਵੀ ਕੋਈ ਨੁਕਸਾਨ ਕਰ ਰਿਹਾ ਆ ਉਹਨਾਂ ਨੂੰ ਅਕਾਊਂਟੇਬਲ ਜਿਹੜਾ ਉਹ ਅਸੀਂ ਬਣਾਉਣਾ ਆ। ਗ੍ਰਿਫਤਾਰ ਕਰਨ ਦੀ ਚਰਚਾ ਟਾਮ ਹੁਮਨ ਨੇ ਇਹਨਾਂ ਦੀ ਵੀ ਕੀਤੀ ਸੀ। ਉਹਨਾਂ ਨੇ ਕਿਹਾ ਵੀ ਇਹ ਇਸ ਟਾਈਮ ਗੱਲਬਾਤ ਜਿਹੜੀ ਅਨਨੈਸੈਸਰੀ ਹੈ, ਇਸ ਉੱਤੇ ਕੋਈ ਜਿਹੜੀ ਗੱਲਬਾਤ ਕਰਨ ਦੀ ਜ਼ਰੂਰਤ ਨਹੀਂ ਆ। ਕਹਿੰਦੇ ਟਰੂਪਸ ਦੀ ਜਿਹੜੀ ਫੈਡਰਲਾਈਜੇਸ਼ਨ ਹੋਈ ਆ ਉਹ ਜਿਹੜੀ LA ਦੇ ਵਿੱਚ ਇੰਟੈਂਸ਼ਨਲ ਐਫਰਟ ਸੀਗਾ ਟਰੰਪ ਹੋਣਾ ਦੇ ਦੁਆਰਾ, ਟਰੰਪ ਪ੍ਰਸ਼ਾਸਨ ਦੇ ਦੁਆਰਾ, ਵੀ ਇੱਥੇ ਹੋਰ ਜ਼ਿਆਦਾ ਕੇਓਸ ਜਿਹੜਾ ਆ ਉਹ ਕੀਤਾ ਜਿਹੜਾ ਉਹ ਜਾ ਸਕੇ। ਕਹਿੰਦੇ ਵੀ ਇਸ ਟਾਈਮ ਟਿੰਡਰ ਬਾਕਸ ਬਣਿਆ ਪਿਆ ਸੀ ਤੇ ਟਰੰਪ ਹੋਣਾ ਦੇ ਇਸ ਬਿਆਨ ਦੇ ਨਾਲ, ਨੈਸ਼ਨਲ ਗਾਰਡ ਨੂੰ ਡਿਪਲੋਏ ਕਰਨ ਦੇ ਨਾਲ ਸਾਰਾ ਕੁਝ ਜਿਹੜਾ ਇਸ ਟਾਈਮ ਮੱਚ ਕੇ ਜਿਹੜਾ ਉਹ ਸਾਹਮਣੇ ਆ ਗਿਆ ਆ। ਸੋ ਸਿਵਲ ਅਨਰੈਸਟ ਇਸ ਟਾਈਮ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਆ, ਜਿਸ ਦੇ ਵਿੱਚ ਗੁੱਸਾ ਪ੍ਰਸ਼ਾਸਨ ਤੇ ਜਿਹੜਾ ਕਹਿ ਲਓ ਵੀ ਨਜ਼ਲਾ ਜਿਹੜਾ ਉਹ ਆਮ ਲੋਕਾਂ ਦੇ ਬਿਜ਼ਨੈਸਿਸ ਦੇ ਉੱਤੇ, ਚੀਜ਼ਾਂ ਦੇ ਉੱਤੇ ਜਿਹੜਾ ਉਹ ਪ੍ਰੋਟੈਸਟਰਸ ਦੇ ਦੁਆਰਾ ਜਿਹੜਾ ਉਹ ਕੱਢਿਆ ਜਾ ਰਿਹਾ ਆ। ਜਿਸੇ ਕਰਕੇ ਜਿਹੜਾ ਜੋ ਸਿੰਘ ਜੀ ਦਾ ਆਪਾਂ ਪਹਿਲਾਂ ਵੀ ਕਹਿ ਰਹੇ ਆ ਵੀ ਪ੍ਰੋਟੈਸਟ ਸ਼ੁਰੂਆਤ ਕਿਸੇ ਚੀਜ਼ ਤੋਂ ਹੁੰਦੀ ਆ ਤੇ ਐਂਡ ਜਿਹੜਾ ਆ ਗੱਲਬਾਤ ਆ ਉਸ ਦੇ ਵਿੱਚ ਕੁਝ ਅਜਿਹੇ ਅਨਸਰਾਂ ਦੇ ਦੁਆਰਾ ਜਿਹੜਾ ਟੋਟਲੀ ਉਸ ਪ੍ਰੋਟੈਸਟ ਦਾ ਮਤਲਬ ਹੀ ਬਦਲ ਕੇ ਰੱਖ ਦਿੱਤਾ ਜਾਂਦਾ ਆ। ਜੀ, ਹੁਣ ਤੋਂ ਕੁਝ ਮਿੰਟ ਪਹਿਲਾਂ 9:19 ਤੇ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾਈ ਆ ਵੀ ਸਾਰੇ ਲੋਕਾਂ ਨੂੰ ਅਰੈਸਟ ਕਰ ਲਓ ਜਿਨ੍ਹਾਂ ਨੇ
ਫੇਸ ਮਾਸਕ ਪਾਏ ਹੋਏ ਹੈਗੇ ਆ, ਹੂੰ, ਹੂੰ। ਜੋ ਫੇਸ ਮਾਸਕ ਪਾ ਕੇ ਸ਼ਰਾਰਤ ਕਰ ਰਹੇ ਹੈਗੇ ਆ। ਸੋ ਜੋ ਲਾਸ ਐਂਜਲਸ ਦੇ ਵਿੱਚ ਇਸ ਟਾਈਮ ਪ੍ਰੋਟੈਸਟ ਚੱਲ ਰਿਹਾ ਆ, ਆਪਾਂ ਦੱਸਦੇ ਜਾਈਏ, ਇਹ ਆਈਸ ਵੱਲੋਂ ਜੋ ਲੋਕਾਂ ਨੂੰ ਅਰੈਸਟ ਕੀਤਾ ਜਾ ਰਿਹਾ ਉਹਦੇ ਵਿਰੋਧ ਦੇ ਵਿੱਚ ਚੱਲ ਰਹੇ ਹੈਗੇ ਆ। 118 ਦੇ ਕਰੀਬ ਇਮੀਗ੍ਰੈਂਟਸ ਨੂੰ ਅਰੈਸਟ ਕੀਤਾ ਗਿਆ ਆ ਆਈਸ ਵੱਲੋਂ। ਇਹ ਸੈਚਰਡੇ ਪੋਸਟ ਪਾਈ ਗਈ ਸੀ ਐਕਸ ਦੇ ਉੱਤੇ। ਤੇ ਜੋ ਪ੍ਰੋਟੈਸਟ ਚੱਲ ਰਹੇ ਹੈਗੇ ਲਾਸ ਐਂਜਲਸ, ਪੈਰਾਮਾਊਂਟ ਤੇ ਲਾਗੇ ਦਾ ਟਾਊਨ ਕੰਪਟਨ ਹੈਗਾ, ਉਹ ਇਹਨਾਂ ਸ਼ਹਿਰਾਂ ਦੇ ਵਿੱਚ ਚੱਲ ਰਹੇ ਹੈਗੇ ਆ। ਸੋ ਉੱਥੇ 2000 ਤੋਂ ਵੱਧ ਹੁਣ ਤੱਕ ਨੈਸ਼ਨਲ ਗਾਰਡ ਪਹੁੰਚ ਚੁੱਕੇ ਹੈਗੇ ਆ। ਕੈਲੀਫੋਰਨੀਆ ਦੇ ਸੈਨ ਫਰਾਂਸਿਸਕੋ ਸ਼ਹਿਰ ਦੇ ਵਿੱਚ ਵੀ 60 ਲੋਕਾਂ ਨੂੰ ਆਈਸ ਵੱਲੋਂ ਅਰੈਸਟ ਕੀਤਾ ਗਿਆ ਸੀ। ਯੂਜੂਲੀ ਜਦੋਂ ਆਪਣੀ ਡੇਟ ਤੇ ਜਾਂਦੇ ਆ ਤੇ ਬਾਹਰ ਨਿਕਲਦੇ ਆ ਕੋਰਟ 'ਚ ਤੇ ਉਸ ਟਾਈਮ ਅਰੈਸਟ ਕਰ ਲਿਆ ਜਾਂਦਾ ਆ। ਵੱਖ-ਵੱਖ ਜਗ੍ਹਾ ਦੇ ਉੱਤੇ ਪੁਲਿਸ ਦੇ ਨਾਲ ਬਹੁਤ ਕਲੈਸ਼ਿਸ ਹੋਈਆਂ। ਹਾਈਵੇ 10 ਦੇ ਉੱਤੇ ਵੀ, ਹਾਈਵੇ 101 ਤਾਂ ਕਾਫੀ ਲੰਮਾ ਸਮਾਂ ਜਿਹੜਾ ਬੰਦ ਰਿਹਾ ਹੈਗਾ ਆ। ਇਹ ਬਹੁਤ ਬਿਜ਼ੀ ਹਾਈਵੇ ਹੈਗਾ ਆ। ਟਰੰਪ ਨੇ ਇਹ ਕਿਹਾ ਵੀ ਜੇ ਇੰਨੇ ਟਰੂਪਸ ਦੇ ਨਾਲ ਨਾ ਗੱਲ ਬਣੀ, ਨਾ ਸ਼ਾਂਤੀ ਆਈ, ਤੇ ਮੈਂ ਹੋਰ ਟਰੂਪਸ ਜਿਹੜੇ ਆ ਉਹ ਭੇਜੂਗਾ। ਕਹਿੰਦੇ ਵੀ ਪਹਿਲੀ ਵਾਰ 1960 ਦੇ ਵਿੱਚ ਫੈਡਰਲ ਗਵਰਨਮੈਂਟ ਨੇ ਨੈਸ਼ਨਲ ਗਾਰਡ ਜਿਹੜੇ ਟਰੂਪ ਸੀਗੇ ਉਹ ਗਵਰਨਰ ਦੀ ਕੰਸੈਂਟ ਦੇ ਨਾਲ ਭੇਜੀ ਸੀ। ਅੱਜ ਤੋਂ ਬਹੁਤ ਲੰਮਾ ਸਮਾਂ ਪਹਿਲਾਂ 1960 ਦੇ ਵਿੱਚ ਯੂਜੂਲੀ ਕੀ ਹੁੰਦਾ ਆ ਵੀ ਜਿਹੜਾ ਸਟੇਟ ਦਾ ਗਵਰਨਰ ਹੁੰਦਾ ਉਹ ਨੈਸ਼ਨਲ ਗਾਰਡਸ ਨੂੰ ਜਿਹੜਾ ਉਹਨਾਂ ਦੀ ਰਿਕੁਐਸਟ ਕਰਦਾ ਆ ਜਦੋਂ ਕਿਤੇ ਇਦਾਂ ਦੀ ਜਿਹੜੀ ਸਿਚੁਏਸ਼ਨ ਹੋਵੇ, ਨਾ ਕਿ ਜਿਹੜੀ ਫੈਡਰਲ ਦੀ ਸਰਕਾਰ ਆ। ਸੋ ਲਾਸ ਐਂਜਲਸ ਦੀ ਮੇਅਰ ਕੈਰਨ ਬਾਸ ਨੇ ਬਲੇਮ ਜਿਹੜਾ ਆ ਉਹ ਨੈਸ਼ਨਲ ਗਾਰਡਸ ਦੇ ਉੱਤੇ ਲਾਇਆ ਹੈਗਾ ਆ। ਸੋ ਪਰ ਟਰੰਪ ਉਹਨਾਂ ਨੇ ਜੋ ਗਵਰਨਰ ਤੇ ਜੋ ਐਲਏ ਦੀ ਮੇਅਰ ਆ, ਉਹਨੇ ਕਿਹਾ ਵੀ ਜੇ ਜੋ ਕੁਝ ਜਦੋਂ ਅੱਗਾਂ ਲੱਗੀਆਂ ਸੀਆਂ, ਇਹਨਾਂ ਨੇ ਕੁਝ ਨਹੀਂ ਕੀਤਾ ਉਸ ਟਾਈਮ ਦੇ ਉੱਤੇ, ਪਾਣੀ ਨਹੀਂ ਲੱਭਿਆ ਲਾਸ ਐਂਜਲਸ ਦੇ ਵਿੱਚ। ਹੁਣ ਇਹ ਜਿਹੜੀ ਸਿਚੁਏਸ਼ਨ ਆ ਇਹ ਜਿਹੜੀ ਇਲੀਗਲ ਲੋਕਾਂ ਨੂੰ ਲੈ ਕੇ ਗਲਤ ਬਣਾ ਰਹੇ ਹੈਗੇ ਆ। ਸੋ ਲਾਸ ਐਂਜਲਸ ਵਾਲੇ ਏਰੀਏ 'ਚ ਕਾਫੀ ਜਿਹੜੀ ਸਿਚੁਏਸ਼ਨ ਟੈਂਸ ਆ। ਜਿਹੜੇ ਲੋਕ ਉਧਰ ਜਾ ਵੀ ਰਹੇ ਹੈਗੇ ਆ, ਘੁੰਮਣ ਫਿਰਨ ਵੀ ਜਾ ਰਹੇ, ਜ਼ਰੂਰ ਪਹਿਲਾਂ ਚੈੱਕ ਕਰ ਲਿਓ, ਕਿਉਂਕਿ ਇੰਨਾ ਜ਼ਿਆਦਾ ਜਿਹੜਾ ਰੌਲਾ ਰੱਪਾ ਚੱਲ ਰਿਹਾ ਹੈਗਾ, ਨੈਸ਼ਨਲ ਗਾਰਡ ਆਏ ਆ, ਹਾਈਵੇ ਬੰਦ ਹੋ ਰਹੇ ਹੈਗੇ ਆ, ਅੱਗਾਂ ਲੱਗੀਆਂ ਆ। ਸੋ ਥੋੜਾ ਬਚ ਕੇ ਹੀ ਚੱਲਣਾ ਚਾਹੀਦਾ। ਬਿਲਕੁਲ। ਸੋ ਉੱਥੋਂ ਦੇ ਜਿਹੜੇ ਅਸੈਂਬਲੀ ਮੈਂਬਰ ਮਾਰਕ ਗੋਂਜ਼ਾਲਸ, ਉਹਨਾਂ ਨੇ ਕਿਹਾ ਵੀ ਇਹ ਤੁਹਾਨੂੰ ਅਸੀਂ ਕਲੀਅਰਲੀ ਦੱਸ ਦੇਣਾ ਚਾਹੁੰਦੇ ਆ, ਜਿਹੜੇ ਵੀ ਵਾਇਲੈਂਟ ਐਕਟ ਇਹਨਾਂ ਪ੍ਰੋਟੈਸਟ ਦੀ ਆੜ ਦੇ ਵਿੱਚ ਕੀਤੇ ਜਾ ਰਹੇ ਆ, ਅਫਸਰਾਂ ਦੇ ਉੱਤੇ ਜਿਹੜੇ ਪੱਥਰ ਸਿੱਟਣੇ, CHP ਦੀਆਂ ਕਾਰਾਂ ਦੇ ਉੱਤੇ ਸਿੱਟਣੇ, ਜਿਹੜੇ ਆਈਸ ਵਾਲਿਆਂ ਦੀਆਂ ਗੱਡੀਆਂ ਦੇ ਉੱਤੇ ਸਿੱਟਣੇ, ਜਾਂ ਵੇਮੋ ਦੀਆਂ ਗੱਡੀਆਂ ਨੂੰ ਅੱਗ ਲਾਉਣਾ, 101 ਦੇ ਉੱਤੇ ਆਰਸਨ ਜਿਹੜਾ ਉਹ ਕਰਨਾ, ਕਹਿੰਦਾ ਵੀ ਇਹਨਾਂ ਦਾ ਕੋਈ ਸੰਬੰਧ ਨਹੀਂ ਹੈ ਇਮੀਗ੍ਰੇਸ਼ਨ ਦੇ ਨਾਲ, ਜਸਟਿਸ ਦੇ ਨਾਲ, ਜਾਂ ਸਾਡੀਆਂ ਜਿਹੜੀਆਂ ਕਮਿਊਨਿਟੀ ਦੀਆਂ ਵੈਲਿਊਜ਼ ਆ ਉਸ ਦੇ ਨਾਲ। ਸੋ ਕਹਿੰਦੇ ਵੀ ਇਹ ਪ੍ਰੋਟੈਸਟਰ ਨਹੀਂ ਹੈ, ਇਹ ਐਜੀਟੇਟਰ ਆ, ਇਹ ਜਾਣਬੁੱਝ ਕੇ ਇਹਨਾਂ ਦੇ ਜਿਹੜੇ ਐਕਸ਼ਨਸ ਆ ਇਹ ਰੈਕਲੈਸ ਕਰਕੇ ਡੇਂਜਰਸ ਜਿਹੜੇ ਆ ਉਹ ਕਰ ਰਹੇ ਆ। ਤੇ ਇਨਫੈਕਟ ਉਹ ਕਹਿੰਦੇ ਵੀ ਇਹ ਤੁਸੀਂ ਟਰੰਪ ਦੇ ਹੱਥਾਂ 'ਚ ਖੇਡ ਰਹੇ ਆ। ਇਹ ਅਸੈਂਬਲੀ ਮੈਂਬਰ ਦਾ ਜਿਹੜਾ ਉਹ ਕਹਿਣਾ ਸੀਗਾ। ਕਹਿੰਦੇ ਵੀ ਉਹ ਉਹਨਾਂ ਦੀਆਂ ਗੱਲਾਂ ਫਿਰ ਵਾਜਿਬ ਜਿਹੜੀਆਂ ਉਹ ਜਾਪਣ ਲੱਗ ਜਾਂਦੀਆਂ ਆ ਜਦੋਂ ਤੁਸੀਂ ਇਦਾਂ ਦੀਆਂ ਕਰਤੂਤਾਂ ਜਿਹੜੀਆਂ ਉਹ ਕਰਦੀਆਂ ਸ਼ੁਰੂ ਕਰ ਦਿੰਦੇ ਆ। ਸੋ ਜਿਹੜੀ ਇੱਥੋਂ ਦੇ ਗਵਰਨਰ ਨੇ, ਜਿਹੜੇ ਵਾਈਸ ਗਵਰਨਰ ਨੇ, ਜਿਹੜੇ ਲਿeutenant ਗਵਰਨਰ ਸੌਰੀ, ਉਹਨਾਂ ਨੇ ਜਿਹੜਾ ਇਹ ਕਿਹਾ ਵੀ ਸਿਚੁਏਸ਼ਨ ਹੁਣ ਅੰਡਰ ਕੰਟਰੋਲ ਆ, ਨੈਸ਼ਨਲ ਗਾਰਡਸ ਜਿਹੜੇ ਆ ਉਹ ਲਿਆਉਣ ਦੀ ਜ਼ਰੂਰਤ ਨਹੀਂ ਹੈਗੀ। ਕੱਲ ਕਈ ਜਿਹੜੇ ਜਾਣਕਾਰ, ਹਰਜੋਤ ਸਿੰਘ ਜੀ LA ਦੇ ਵਿੱਚ ਸੀਗੇ, ਉਹਨਾਂ ਦੀ ਫਲਾਈਟ ਫੜ ਕੇ ਜਿਹੜਾ ਉਹ ਜਾਣਾ ਸੀ, ਕਹਿੰਦੇ ਵੀ ਇਸ ਤੋਂ ਪਹਿਲਾਂ ਅਸੀਂ ਭਾਈ ਕਿਤੇ ਫਸ ਜਾਈਏ, ਅਸੀਂ 4-5 ਘੰਟੇ ਪਹਿਲਾਂ ਹੀ ਜਿਹੜੇ 에ਅਰਪੋਰਟ ਤੇ ਜਾ ਕੇ ਪਹੁੰਚ ਗਏ ਸੀਗੇ, ਕਿਉਂਕਿ ਕੁਛ ਨਹੀਂ ਸੀ ਪਤਾ ਲੱਗ ਰਿਹਾ ਵੀ ਗਾਂ ਸਿਚੁਏਸ਼ਨ ਕਿੱਦਾਂ ਦੀ ਜਿਹੜੀ ਉਹ ਬਣ ਸਕਦੀ ਹੈਗੀ ਆ। ਇਹ ਵੀ ਦੱਸਦੇ ਜਾਈਏ ਪੂਰੇ LA ਦੇ ਵਿੱਚ ਨਹੀਂ ਫੈਲੇ ਹੋਏ, LA ਦੇ ਕੁਛ ਜਿਹੜੇ ਨੇਬਰਹੁਡਸ, ਕੁਛ ਇਲਾਕਿਆਂ ਦੇ ਵਿੱਚ ਇਹਨਾਂ ਦੀ ਜਿਹੜੀ ਮਾਰ ਆ ਉਹ ਇਸ ਟਾਈਮ ਸਭ ਤੋਂ ਜ਼ਿਆਦਾ ਜਿਹੜੀ ਉਹ ਚੱਲ ਰਹੀ ਸੀ। ਤੇ ਆਪਾਂ ਉਮੀਦ ਕਰਦੇ ਹਾਂ ਵੀ ਇਸ ਸਿਚੁਏਸ਼ਨ ਅੰਡਰ ਕੰਟਰੋਲ ਹੋਵੇ। ਪ੍ਰੋਟੈਸਟ ਕਰਨਾ ਹੈ ਉਹ ਭਾਈ ਤੁਸੀਂ ਕਰੋ, ਬਾਰ-ਬਾਰ ਜਿੱਦਾਂ ਕਹਿੰਦੇ ਆ ਵੀ ਤੁਸੀਂ ਕੋਈ ਵੀ ਨਾਨ ਵਾਇਲੈਂਟ ਪ੍ਰੋਟੈਸਟ, ਪੀਸਫੁਲ ਪ੍ਰੋਟੈਸਟ ਜਿਹੜਾ ਜਦੋਂ ਮਰਜ਼ੀ ਜਿੱਥੇ ਮਰਜ਼ੀ ਤੁਸੀਂ ਕਰ ਸਕਦੇ ਆ। ਜਦੋਂ ਕੋਈ ਇਦਾਂ ਦੀ ਗੱਲ ਆਉਂਦੀ ਹੈ ਤਾਂ ਫਿਰ ਉਹਨਾਂ ਦੇ ਦੁਆਰਾ ਕੀਤੀਆਂ ਗਈਆਂ ਅਬਿਊਜ਼ ਆਫ ਪਾਵਰ ਵੀ ਜਿਹੜਾ ਆ ਉਹ ਲੋਕਾਂ ਨੂੰ ਠੀਕ ਲੱਗਣ ਲੱਗ ਜਾਂਦਾ ਹੁੰਦਾ ਆ। ਜੀ ਬਿਲਕੁਲ। ਤੇ ਆਪਾਂ ਬ੍ਰੇਕ ਲੈਂਦੇ ਆ। ਬ੍ਰੇਕ ਤੋਂ ਬਾਅਦ ਹੋਰ ਜਿਹੜੀਆਂ ਖਬਰਾਂ ਹੈਗੀਆਂ, ਖਾਸ ਕਰਕੇ ਹਿੰਦੂ ਅਮਰੀਕਨ ਫਾਊਂਡੇਸ਼ਨ ਨੂੰ ਲੈ ਕੇ ਅੱਜ ਗਾਰਡੀਅਨ ਮੈਗਜ਼ੀਨ ਨੇ ਬਹੁਤ ਵੱਡੀ ਜਿਹੜੀ ਰਿਪੋਰਟ ਛਾਪੀ ਆ, ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਇਸ ਵਕਤ ਪ੍ਰੋਗਰਾਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਰਜੋਤ ਸਿੰਘ ਜੀ ਆਵਾਜ਼ ਨਹੀਂ ਆ ਰਹੀ ਤੁਹਾਡੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਖਬਰਾਂ ਤੋਂ ਪਹਿਲਾਂ ਰਾਜਕਨਵੀਰ ਸਿੰਘ ਜੀ ਦੋ ਕਮੈਂਟ ਆ ਉਹਨਾਂ ਦੇ ਮੈਂ ਜਰਾ ਜਵਾਬ ਦੇਦਾ। ਆਪਾਂ ਭਰਮਾਨਸੀ ਬਹੁਤ ਦਿਖਾਲਦੇ ਆ ਪਿਛਲੇ ਕਾਫੀ ਲੰਮੇ ਸਮੇਂ ਤੋਂ, ਹੁਣ ਇਹ ਆਪਾਂ ਇਦਾਂ ਟਿਕਣਾ ਨਹੀਂ ਹੈ। ਇੱਕ ਤਾਂ ਭਾਈ ਸਾਹਿਬ ਨੇ ਲਿਖਿਆ ਵੀ ਤੁਸੀਂ ਇਮੀਗ੍ਰੇਸ਼ਨ ਜਿਹੜੇ ਵਕੀਲ ਆ ਨਾ ਉਹ ਜੀ ਜੀ ਹਾਂਜੀ ਧੰਨਵਾਦ ਜੀ ਆਇਆਂ ਨੂੰ। ਸੋ ਕੁਛ ਕੁ ਜੀ ਹਰਜੋਤ ਸਿੰਘ ਜੀ ਆਵਾਜ਼ ਅਸੀਂ ਸੁਣ ਪਾ ਰਹੇ ਲੱਗਦਾ ਤੁਸੀਂ ਸੇਮ ਗੱਲ ਤੁਹਾਨੂੰ ਰਿਪੀਟ ਹੋ ਰਹੀ ਹੈ ਜੀ। ਹਰਜੋਤ ਸਿੰਘ ਜੀ ਕੰਟੀਨਿਊ ਕਰੋ ਗੱਲ ਆਪਣੀ, ਤੁਸੀਂ ਕੰਟੀਨਿਊ ਕਰੋ ਜੀ। ਸੋ ਬਿਲਕੁਲ ਕੁਛ ਕੁ ਕਮੈਂਟ ਆ ਪਹਿਲਾਂ ਉਹਨਾਂ ਦੇ ਜਵਾਬ ਦੇ ਦਈਏ ਕਿਉਂਕਿ ਆਪਾਂ ਭਰਮਾਨਸੀ ਬਹੁਤ ਸ਼ੋਅ ਕਰਦੇ ਆ ਤੇ ਇੱਕ ਤਾਂ ਫ੍ਰੀ ਦੇ ਵਿੱਚ ਸਾਰੀ ਇਨਫੋਰਮੇਸ਼ਨ ਲੈਂਦੇ ਆ ਤੇ ਉੱਤੋਂ ਫਿਰ ਕਈ ਬੈਠੇ ਘਰ ਬੈਠੇ ਔਖੇ ਹੁੰਦੇ ਰਹਿੰਦੇ ਆ। ਇੱਕ ਭਾਈ ਸਾਹਿਬ ਨੇ ਕਮੈਂਟ ਪਾਇਆ ਵੀ ਤੁਸੀਂ ਵਕੀਲ ਜਿਹੜੇ ਆ ਨਾ ਉਹ ਡਿਫਰੈਂਟ ਲੈ ਕੇ ਆਇਆ ਕਰੋ, ਜਿਹੜੇ ਪੇਡ ਪ੍ਰਮੋਸ਼ਨ ਨਹੀਂ। ਪਹਿਲੀ ਗੱਲ ਤਾਂ ਕਲੀਅਰ ਕਰ ਦਈਏ ਜਿਹੜਾ ਸ਼ਨੀਚਰਵਾਰ ਦਾ ਪ੍ਰੋਗਰਾਮ ਕੋਈ ਪੇਡ ਪ੍ਰਮੋਸ਼ਨ ਨਹੀਂ ਹੈ। ਅਮਰੀਕਾ 'ਚ ਕੋਈ ਇਦਾਂ ਦਾ ਵਕੀਲ ਨਹੀਂ ਹੈ ਜਿਹੜਾ 2 ਘੰਟੇ ਫ੍ਰੀ ਇਨਫੋਰਮੇਸ਼ਨ 1.5 ਘੰਟਾ ਦੇਵੇ ਤੇ ਤੁਹਾਡੇ ਕੁਐਸਚਨਾਂ ਦਾ ਫ੍ਰੀ ਆਨਸਰ ਦੇਵੇ। ਦੂਜੇ ਨੰਬਰ ਤੇ ਉਹ ਵਕੀਲ ਜੇ ਤਿਰਕੀਆਣਾ ਕਦੇ ਨਹੀਂ ਕਹਿੰਦਾ ਵੀ ਮੇਰੇ ਕੋਲ ਆਓ। ਸਾਡੇ ਰੇਡੀਓ ਦੇ ਉੱਤੇ 3-4 ਵਕੀਲਾਂ ਦੀਆਂ ਐਡਾਂ ਲੱਗਦੀਆਂ ਆ, ਤੁਸੀਂ ਕਿਸੇ ਕੋਲ ਵੀ ਜਾ ਸਕਦੇ ਆ। ਜੇ ਕੋਈ ਫ੍ਰੀ ਇਨਫੋਰਮੇਸ਼ਨ ਲੈਂਦਾ ਲੈ ਲਿਆ ਕਰੋ, ਨਹੀਂ ਤਾਂ ਰੇਡੀਓ ਬੰਦ ਕਰੋ। ਤੁਹਾਨੂੰ ਕਿਸੇ ਨੇ ਕਾਲ ਨਹੀਂ ਕੀਤਾ ਰੇਡੀਓ ਸੁਣਨ ਲਈ। ਉਸ ਤੋਂ ਬਾਅਦ 2 ਕਮੈਂਟ ਹੋਰ ਹੈ ਜੀ, ਤੁਸੀਂ ਵੀ ਇੰਸ਼ੋਰੈਂਸ ਫ੍ਰੀ ਕਰ ਦਿਓ। ਅਸੀਂ 4th ਜੁਲਾਈ ਨਹੀਂ ਵੇਟ ਨਹੀਂ ਕਰਦੇ। ਅਮਰੀਕਾ ਦੇ ਵਿੱਚ ਮੇਰੇ ਖਿਆਲ ਨਾਲ ਹਜ਼ਾਰਾਂ ਲੋਕ ਇਦਾਂ ਦੇ ਜਿਨ੍ਹਾਂ ਨੇ ਫ੍ਰੀ ਕਾਉਂਟੀ ਦੇ ਮੈਡੀਕਲ ਦੀਆਂ ਐਪਲੀਕੇਸ਼ਨਾਂ ਸਾਡੇ ਆਫਿਸ ਤੋਂ ਭਰਾਈਆਂ। 80 to 90% ਗੁਰੂ ਘਰਾਂ ਦੇ, ਮੰਦਰਾਂ ਦੇ, ਮਸਜਿਦਾਂ ਦੇ ਜਿਹੜੇ ਧਾਰਮਿਕ ਬੰਦੇ ਹੈਗੇ, ਅਸੀਂ ਫ੍ਰੀ ਇਨਫੋਰਮੇਸ਼ਨ ਉਹਨਾਂ ਦੀ ਭਰੀ ਦੀ ਆ। ਜਦ ਕਿ ਉਹ ਐਪਲੀਕੇਸ਼ਨ ਭਰਨ ਨੂੰ ਘੰਟਾ 1.5 ਘੰਟਾ ਲੱਗਦਾ ਤੇ ਆਪਾਂ EMPLOYEEਆਂ ਨੂੰ ਤਨਖਾਹ ਦਿੰਨੇ ਹੈਗੇ ਆ। ਸੋ ਤੁਹਾਨੂੰ ਸਾਰਿਆਂ ਨੂੰ ਪਤਾ ਆ। ਮੇਰੇ ਖਿਆਲ ਨਾਲ ਕੈਲੀਫੋਰਨੀਆ 'ਚ ਸਾਡੀ ਜਿਹੜੀ ਏਜੰਸੀ ਨੰਬਰ 1 ਏਜੰਸੀ ਆ। 20,000 ਤੋਂ ਵੱਧ ਸਾਡੇ ਜਿਹੜੇ ਕਸਟਮਰ ਹੈਗੇ ਆ। ਸੋ ਹਜ਼ਾਰਾਂ ਦੀ ਗਿਣਤੀ 'ਚ ਅਸੀਂ ਫ੍ਰੀ ਸੇਵਾ ਕਰੀ ਦੀ, ਕੱਲੀ 4th ਜੁਲਾਈ ਦੀ ਜਿਹੜੀ ਆ ਵੇਟ ਨਹੀਂ ਕਰੀ ਦੀ। ਸੋ ਸਾਡਾ ਕਹਿਣ ਦਾ ਮਤਲਬ ਇਹ ਸੀ ਵੀ ਤੁਸੀਂ ਕਿਸੇ ਇੱਕ ਅੱਧੀ ਚੀਜ਼ ਵੀ ਕੋਈ ਚਾਹੇ ਸੋਡਾ ਹੀ ਲਾ ਦਿਓ ਵੀ ਅੱਜ ਆਹ ਸੋਡਾ ਜਿਹੜਾ ਆ 25 ਸੈਂਟ ਦਾ ਜਾਂ ਪਾਣੀ ਦੀ ਬੋਤਲ ਫ੍ਰੀ ਹੈਗੀ ਆ। ਜਿਨ੍ਹਾਂ ਲੋਕਾਂ ਨੇ ਕੰਮ ਕਰਨਾ ਹੁੰਦਾ ਨਾ, ਸੇਵਾ ਕਰਨੀ ਹੁੰਦੀ ਆ, ਉਹ ਇਦਾਂ ਦੇ ਕੋਈ ਕੁਐਸਚਨ ਨਹੀਂ ਕਰਦੇ। ਕੁਛ ਸਾਲ ਪਹਿਲਾਂ ਦੀ ਗੱਲ ਆ ਰਾਜਕਨਵੀਰ ਸਿੰਘ ਜੀ, ਆਪਾਂ ਸੇਮ ਇਹ ਇਸ਼ੂ ਕੀਤਾ ਸੀ ਭਈ ਦੇਖੋ ਫ੍ਰੀਮਾਉਂਟ ਏਰੀਏ ਦੇ ਵਿੱਚ 20 ਸਾਲਾਂ ਤੋਂ ਉਹ ਜਿਹੜੇ ਸੇਵਾਦਾਰ ਆ ਜਿਹੜੇ ਗੁਰੂ ਘਰ ਦੇ ਵਿੱਚ ਵੀਕਐਂਡ ਤੇ ਜਾ ਕੇ ਸਫਾਈਆਂ ਕਰਦੇ ਆ, ਟਾਇਲਟਾਂ ਸਾਫ਼ ਕਰਦੇ ਆ, ਉਹਨਾਂ 'ਚ ਇੰਜੀਨੀਅਰ ਵੀ ਹੈਗੇ ਆ, ਆਪਣੇ ਪੈਸੇ ਪਾ ਕੇ, ਕੋਈ ਗੁਰੂ ਘਰ ਦੇ ਪੈਸੇ ਤੋਂ ਨਹੀਂ। ਮੇਰੇ ਖਿਆਲ ਨਾਲ 10,000 ਜਾਂ 15,000 ਬੋਤਲਾਂ ਪਾਣੀ ਦੀਆਂ ਲੈ ਕੇ ਉਹਨਾਂ ਤੇ ਸਟicker ਲਾਇਆ ਹੁੰਦਾ ਹੂ ਆਰ ਦ ਸਿਕਸ। ਉਹ ਫ੍ਰੀ ਦਿੰਦੇ ਹੈਗੇ ਆ ਜਿਹੜੀ 4th ਜੁਲਾਈ ਦੀ ਪਰੇਡ ਹੁੰਦੀ ਆ ਫ੍ਰੀਮਾਉਂਟ ਦੇ ਵਿੱਚ। ਤੇ ਉਹ ਵੀ ਸੇਵਾ ਕਰਦੇ ਆ, ਦੇਖੋ ਕਿਸੇ ਨੂੰ ਕਹਿੰਦੇ ਨਹੀਂ ਹੈ। ਸੋ ਉਹ ਉਸੇ ਇਸ਼ੂ ਨੂੰ ਲੈ ਕੇ ਆਪਾਂ 4 ਸਾਲ ਪਹਿਲਾਂ ਵੀ ਅਨਾਉਂਸ ਕੀਤਾ ਸੀ ਤੇ ਮੈਨੂੰ ਯਾਦ ਆ ਇੱਕ ਓਕਡੇਲ ਮੋਡੈਸਟੋ ਲਾਗੇ ਸ਼ਹਿਰ ਆ, ਇੱਕ ਆਪਣੇ ਵੀਰ ਦਾ ਫੋਨ ਆਇਆ ਸੀ, ਕਹਿੰਦਾ ਮੈਂ ਤਾਂ ਕੈਸ਼ੀਅਰ ਆ ਜੀ ਭਾਜੀ, ਮੈਂ ਕਿੱਦਾਂ ਕਰ ਸਕਦਾ। ਮੈਂ ਕਿਹਾ ਤੁਸੀਂ ਕੁਝ ਵੀ ਜਿਹੜਾ ਸੋਚ ਕੇ ਕਰ ਲਿਓ। ਬਾਅਦ ਦੇ ਵਿੱਚ ਉਹ ਬੰਦੇ ਨੇ ਫੋਟੋਆਂ ਭੇਜੀਆਂ, ਕਹਿੰਦਾ ਵੀ ਮੈਂ 5-6 ਘੰਟੇ ਉੱਥੇ ਟੇਬਲ ਲਾ ਕੇ ਉੱਥੇ ਕਾਫੀ ਰੱਖਤੀ, ਨਾਲ ਡੋਨਟ ਰੱਖਤੇ, ਨਾਲ ਹੁਣ ਸਾਤੋਂ ਫਲਾਇਰ ਮੰਗਾਇਆ ਸੀ। ਅਸੀਂ ਫਲਾਇਰ ਪ੍ਰਿੰਟ ਕਰਕੇ ਈਮੇਲ ਕੀਤਾ, ਹੁਣ ਪ੍ਰਿੰਟ ਕਰਕੇ ਲਾਇਆ, ਹੁਣ ਫੋਟੋਆਂ ਹੀ ਭੇਜੀਆਂ। ਕਹਿੰਦਾ ਵੀ ਮੈਂ ਮੋਨਾ ਆ, ਮੈਂ ਉਦਣ ਛੋਟੀ ਜਿਹੀ ਦਸਤਾਰ ਵੀ ਸਜਾਈ ਸੀ। ਕਹਿੰਦਾ ਵੀ ਇੰਨਾ ਜ਼ਿਆਦਾ ਮੈਨੂੰ ਲੋਕਾਂ ਨੇ ਐਪਰੀਸ਼ੀਏਟ ਕੀਤਾ ਨਾ ਤੇ ਮੇਰੇ ਮਾਲਕ ਨੂੰ ਵੀ ਬਾਅਦ ਦੇ ਵਿੱਚ ਸ਼ਰਮ ਆਈ ਵੀ ਦੇਖੋ ਇਹ ਕੋਲੋਂ ਪੈਸੇ ਲੈ ਕੇ ਜਿਹੜਾ ਹੈਗਾ ਆ ਇਹਨਾਂ ਸਾਰਾ ਜਿਹੜੀ ਸੇਵਾ ਕੀਤੀ ਆ। ਸੋ ਜਿਨ੍ਹਾਂ ਨੇ ਕੁਝ ਕਰਨਾ ਹੁੰਦਾ, ਸੋ ਆਪਣਾ ਤਾਂ ਇੱਕ ਮੈਸੇਜ ਦੇਣਾ ਹੈ। ਅਸੀਂ ਤਾਂ ਪੋਜ਼ਿਟਿਵ ਮੈਸੇਜ ਦੇ ਰਹੇ ਹਾਂ ਵੀ ਭਾਈ ਜੇ ਹੁਣ ਇਲੀਨਾਇ ਸਟੇਟ ਦੇ ਵਿੱਚ, ਪਹਿਲਾਂ ਤਾਂ ਇਹ ਦੇਖੋ ਵੀ ਕਿੰਨੇ ਗੁਰੂ ਘਰ ਆ ਇਲੀਨਾਇ ਸਟੇਟ ਦੇ ਵਿੱਚ। ਜੇ ਆਪਾਂ ਇਲੀਨਾਇਸ ਸਟੇਟ ਦੀ ਸੈਨੇਟਰ ਨੂੰ ਨਹੀਂ ਦੱਸ ਸਕੇ ਸਿੱਖ ਕੌਣ ਹੈਗੇ ਆ ਤੇ ਫੇਰ ਤਾਂ ਸ਼ਰਮ ਵਾਲੀ ਗੱਲ ਆ ਨਾ, ਠੀਕ ਹੈ ਕਿ ਨਹੀਂ? ਫੇਰ ਤਾਂ ਸਾਨੂੰ ਕੁਛ ਨਾ ਕੁਛ ਕਰਨਾ ਹੀ ਚਾਹੀਦਾ। ਇੰਡੀਵਿਜੂਅਲ ਲੈਵਲ ਤੇ ਸਾਨੂੰ ਕੁਛ ਨਾ ਕੁਛ ਕਰਨਾ ਚਾਹੀਦਾ। ਜਿੱਥੇ ਮੇਰਾ ਕਹਿਣ ਦਾ ਮਤਲਬ ਇਹ ਸੀ ਵੀ ਮਹਾਰਾਜ ਨੇ ਕਿਰਪਾ ਕੀਤੀ ਆ, ਪੰਜਾਬੀਆਂ ਦੇ ਬਹੁਤ ਜ਼ਿਆਦਾ ਬਿਜ਼ਨੈਸਸ ਹੈਗੇ ਆ। ਸੋ ਇੱਕ ਅੱਧੀ ਚੀਜ਼ ਉਦਾਂ ਦੀ ਲਾ ਕੇ, ਇੱਕ ਫਲਾਇਰ ਲਾ ਕੇ, ਹੈਪੀ 4th ਆਫ ਜੁਲਾਈ, ਦਿਸ ਇਜ਼ ਫ੍ਰੀ ਫਰੋਮ ਮਾਈ ਸਟੋਰ, ਹਨਾ, ਚਾਹੇ ਇੱਕ ਕੈਂਡੀ ਹੋਵੇ, ਕੁਛ ਵੀ ਹੋਵੇ, ਉਹਦੇ ਨਾਲ ਇਹ ਆ ਵੀ ਅਗਲੇ ਯਾਦ ਰੱਖਦੇ ਆ, ਦੇਖਦਾ ਵੀ ਯਾਰ ਹਾਂ ਵੀ ਇਹ ਸਾਡਾ ਹੀ ਪਾਰਟ ਹੈਗਾ। ਸੋ ਸਾਡਾ ਇਹ ਮੈਸੇਜ ਪੋਜ਼ਿਟਿਵ ਮੈਸੇਜ ਦੇਣ ਦੀ ਗੱਲ ਸੀ, ਨਾ ਕਿ ਤੁਸੀਂ ਐਵੇਂ ਮਾੜੀ ਜਿਹੜੀ ਇਹਨੇ ਗਲਤੀ ਕੱਢਣੀ ਹੁੰਦੀ ਹੈ ਕੱਢੀ ਜਾਣੀ ਹੈ।
ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਫਿਰ ਆਪਾਂ HAF ਵਾਲੀ ਜਿਹੜੀ ਨਿਊਜ਼ ਆ ਉਸ ਵੱਲ ਗਾਰਡੀਅਨ ਨੇ ਜਿਹੜੀ ਕੀਤੀ ਉਸ ਕਰਦੇ ਹਾਂ। ਇਜ਼ਰਾਈਲ ਦੇ ਵਿੱਚ ਗ੍ਰੇਟਾ ਥਨਬਰਗ ਜਿਹੜੀ ਕਲਾਈਮੇਟ ਐਕਟਿਵਿਸਟ ਆ ਤੇ ਹੋਰ ਕਈ ਜਿਹੜੇ ਐਕਟਿਵਿਸਟ ਆ ਉਹ ਇੱਕ ਯਾਚ ਦੇ ਜ਼ਰੀਏ ਪੈਲਸਤੀਨ ਦੇ ਵਿੱਚ ਗਾਜ਼ਾ ਪੱਟੀ ਦੇ ਵਿੱਚ ਵੜਨਾ ਚਾਹੁੰਦੇ ਸੀਗੇ, ਵੀ ਕਹਿੰਦੇ ਵੀ ਅਸੀਂ ਉੱਥੇ ਜਾ ਕੇ ਸਮੱਗਰੀ ਹਿਊਮੈਨੀਟੇਰੀਅਨ ਸਮੱਗਰੀ ਜਿਹੜੀ ਆ ਉਹ ਮੁਹੱਈਆ ਉੱਥੇ ਕਰਾਉਣੀ ਆ। ਪਰ ਇਜ਼ਰਾਈਲ ਦੀਆਂ ਫੋਰਸਿਸ ਨੇ ਉਹਨਾਂ ਦੀ ਇਹ ਜਿਹੜੀ ਯਾਚ ਮੈਡਲੀਨ ਕਰਕੇ ਉਸ ਯਾਚ ਦਾ ਨਾਂ ਸੀ, ਜਿਸ ਵਿੱਚ ਗ੍ਰੇਟਾ ਥਨਬਰਗ ਨਾਲ ਇੱਕ ਫਰਾਂਸ ਦਾ ਲਾਅ ਮੇਕਰ ਵੀ ਕਹਿੰਦੇ ਮੌਜੂਦ ਸੀਗੇ। ਉਹਨਾਂ ਨੂੰ ਉੱਥੇ ਰਾਹ ਦੇ ਵਿੱਚ ਹੀ ਇੰਟਰਸੈਪਟ ਕਰ ਰਿਹਾ। ਇਜ਼ਰਾਈਲ ਨੇ ਕਿਹਾ ਵੀ ਇਹ ਜਿਹੜੀ ਸੈਲਫੀ ਜਿਹੜੀ ਯਾਚ ਹੈ ਇਹ ਜਾ ਰਹੀ ਸੀ, ਇਹਨਾਂ ਨੇ ਕਹਿੰਦੇ ਵੀ ਇੱਕ ਟਰੱਕ ਲੋਡ ਜਿੰਨਾ ਵੀ ਸਮਾਨ ਨਹੀਂ ਸੀ। ਪਰ ਤੁਸੀਂ ਇਹ ਦੇਖੋ ਵੀ ਇਜ਼ਰਾਈਲ ਦਾ ਕਿੰਨਾ ਸ਼ਿਕੰਜਾ ਜਿਹੜਾ ਉਹ ਟਾਈਟ ਆ, ਬਾਹਰੋਂ ਕਿਸੇ ਨੂੰ ਵੀ ਉੱਥੇ ਜਾਣ ਨਹੀਂ ਦਿੰਦੇ। ਤੁਸੀਂ ਆਟੇ ਦੀ ਬੋਰੀ ਤੱਕ ਨਹੀਂ ਉੱਥੇ ਜਿਹੜੀ ਉਹ ਤੁਸੀਂ ਘਲਾ ਸਕਦੇ ਉਹਨਾਂ ਦੇ ਥਰੂ ਜਾਏ ਬਗੈਰ। ਤਾਂ ਹੀ ਤਾਂ ਜਿਹੜੇ ਉੱਥੇ ਮਿਲੀਅਨਸ ਆਫ ਲੋਕਾਂ ਨੂੰ ਲੈ ਕੇ ਹਰਜੋਤ ਸਿੰਘ ਜੀ ਇਸ ਟਾਈਮ ਜਿਹੜਾ ਉਹ ਚੱਲ ਰਿਹਾ ਆ, ਵੀ ਲੋਕ ਭੁੱਖਮਰੀ ਦੇ ਵਿੱਚੋਂ ਲੰਘ ਰਹੇ ਆ। ਇਜ਼ਰਾਈਲ ਦੇ ਦੁਆਰਾ ਬਹੁਤ ਸਾਰੀ ਜਿਹੜੀ ਹਿਊਮੈਨੀਟੇਰੀਅਨ ਏਡ ਉੱਧਰ ਜਾ ਰਹੀ ਆ, ਉਸ ਨੂੰ ਲਗਾਤਾਰ ਜਿਹੜਾ ਉਹ ਰੋਕਿਆ ਜਾ ਰਿਹਾ ਹੈਗਾ ਆ। ਜਿਹੜੀ ਗ੍ਰੇਟਾ ਥਨਬਰਗ ਤੇ ਹੋਰ ਆ, ਉਹਨਾਂ ਨੇ ਪ੍ਰੀ ਰਿਕਾਰਡਡ ਹੀ ਵੀਡੀਓਜ਼ ਜਿਹੜੀਆਂ ਉਹ ਪਹਿਲਾਂ ਬਣਾ ਕੇ ਰੱਖੀਆਂ ਸੀਗੀਆਂ, ਵੀ ਭਾਈ ਸਾਨੂੰ ਕਿਡਨੈਪ ਜਿਹੜਾ ਉਹ ਕਰ ਲਿਆ ਗਿਆ ਆ ਇਜ਼ਰਾਈਲ ਦੀ ਫੋਰਸਿਸ ਦੇ ਦੁਆਰਾ। ਸਵੀਡਨ ਦੀ ਜਿਹੜੀ ਫੋਰਨ ਮਿਨਿਸਟਰੀ ਆ ਉਹਨਾਂ ਨੇ ਕਨਫਰਮ ਕੀਤਾ ਹੈ ਵੀ ਇਜ਼ਰਾਈਲ ਦੀਆਂ ਅਥਾਰਟੀਜ਼ ਦੇ ਨਾਲ ਉਹ ਇਸ ਟਾਈਮ ਗੱਲਬਾਤ ਕਰ ਰਹੇ ਆ। ਸਵੀਡਨ ਦੀ ਰਹਿਣ ਵਾਲੀ ਆ ਜਿਹੜੀ ਗ੍ਰੇਟਾ ਥਨਬਰਗ ਆ। ਕਹਿੰਦੇ ਵੀ ਕਈ ਐਕਟਿਵਿਸਟ ਦੇ ਨਾਲ ਉਹ ਜਿਹੜੀ ਮੈਡਲੀਨ ਯਾਚ ਸੀਗੀ ਉੱਥੇ ਸੀਗੀ। ਉਧਰ ਜਿਹੜੀ ਪੈਲਸਤੀਨ ਦੀ ਫੋਰਨ ਮਿਨਿਸਟਰੀ ਆ ਉਹਨਾਂ ਨੇ ਕਿਹਾ ਵੀ ਇਹਨਾਂ ਸਾਰੇ ਐਕਟਿਵਿਸਟ ਦੀ ਪ੍ਰੋਟੈਕਸ਼ਨ ਦੀ ਜ਼ਿੰਮੇਵਾਰੀ ਸਾਰਿਆਂ ਨੂੰ ਜਿਹੜੀ ਉਹ ਲੈਣੀ ਚਾਹੀਦੀ ਆ। ਤੇ UN ਦੇ ਅਧਿਕਾਰੀ ਨੇ ਕਿਹਾ ਵੀ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਸ਼ਿਪਸ ਆ ਉਹ ਇਸ ਟਾਈਮ ਸੇਲ ਕਰਨੀਆਂ ਚਾਹੀਦੀਆਂ ਗਾਜ਼ਾ ਦੇ ਵੱਲ ਨੂੰ, ਉਹਨਾਂ ਦੀ ਮਦਦ ਜਿਹੜੀ ਉਹ ਕਰਨ ਦੇ ਲਈ। ਦੇਖੋ ਹਰਜੋਤ ਸਿੰਘ ਜੀ, ਆਪਣੀਆਂ ਅੱਖਾਂ ਦੇ ਸਾਹਮਣੇ ਸਾਰਾ ਕੁਝ ਦੁਨੀਆ ਦੀਆਂ ਵੱਡੇ ਵੱਡੇ ਮੁਲਕਾਂ ਦੀਆਂ ਅੱਖਾਂ ਦੇ ਸਾਹਮਣੇ ਸਾਰਾ ਕੁਝ ਜਿਹੜਾ ਉਹ ਵਾਪਰ ਰਿਹਾ ਆ, ਪਰ ਕਿਤੇ ਨਾ ਕਿਤੇ ਲੋਕ ਵੀ ਮੂੰਹ ਫੇਰ ਕੇ ਜਿਹੜੇ ਉਹ ਬੈਠੇ ਆ। ਨੋ ਡਾਊਟ ਇਜ਼ਰਾਈਲ ਦੇ ਉੱਤੇ ਜਿਹੜਾ ਇਹਨਾਂ ਨੇ ਹਮਲਾ ਕੀਤਾ ਸੀ ਉਸ ਨੂੰ ਬਹੁਤ ਸਾਰਿਆਂ ਨੇ ਜਿਹੜਾ ਉਸ ਨੂੰ ਨਿਖੇਧੀ ਕੀਤੀ, ਪਰ ਉਸ ਦੇ ਜਿਹੜੀ ਜਵਾਬੀ ਕਾਰਵਾਈ ਤੋਂ ਬਾਅਦ ਚ ਜੋ ਹੁਣ 2 ਸਾਲ ਜਿਹੜੇ ਹੋ ਚੁੱਕੇ ਆ ਗਾਜ਼ਾ ਦੇ ਉੱਤੇ ਪੂਰਨ ਤੌਰ ਦੇ ਉੱਤੇ ਕਹਿ ਲਓ ਵੀ ਹਮਲੇ ਨੂੰ ਲੈ ਕੇ ਤੇ ਲਗਾਤਾਰ ਚੀਜ਼ਾਂ ਨੂੰ ਉੱਥੇ ਜਿਹੜੀ ਉਹ ਰੋਕਣ ਨੂੰ ਲੈ ਕੇ ਸਾਰੇ ਜਾਣੇ ਜਿਹੜੇ ਉਸ ਸਾਰੀਆਂ ਚੀਜ਼ਾਂ ਨੂੰ ਦੇਖ ਰਹੇ ਆ। ਕਹਿੰਦੇ ਵੀ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਜਿਹੜੇ ਲੋਕ ਆ ਉਹ ਤੁਨੀਸ਼ੀਆ ਤੋਂ ਕੌਨਵਾਏ ਜਿਹੜਾ ਆ ਉਹ ਗਾਜ਼ਾ ਦੇ ਵਿੱਚ ਜਿਹੜੀ ਸੀਜ਼ ਤੋੜਨ ਦੇ ਲਈ ਉਧਰ ਨੂੰ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ ਤੁਨੀਸ਼ੀਆ ਤੋਂ ਲੋਕ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਜਿਹੜੇ ਇਸ ਟਾਈਮ ਉੱਥੇ ਪੈਲਸਤੀਨ ਦੀ ਟੈਰੀਟਰੀ ਦੇ ਵਿੱਚ ਜਾ ਕੇ ਇਸ ਜਿਹੜਾ ਇਜ਼ਰਾਈਲ ਨੇ ਕਹਿੰਦੇ ਵੀ ਰੋਕ ਲਾਈ ਹੋਈ ਆ ਉਸ ਨੂੰ ਰੋਕਣ ਵੱਲ ਨੂੰ ਜਿਹੜਾ ਉਹ ਅੱਗੇ ਵਧੇ ਹੈਗੇ ਆ। ਸੋ ਅੱਗੇ ਹੁਣ ਦੇਖੋ ਕੀ ਜਿਹੜਾ ਉਹ ਬਣਦਾ ਆ। ਇਜ਼ਰਾਈਲ ਦੇ ਜਿਹੜੇ ਲੀਗਲ ਸੈਂਟਰ ਆ ਉਹਨਾਂ ਨੇ ਕਿਹਾ ਆ ਵੀ ਜਿਹੜੇ ਇਹ 12 ਐਕਟਿਵਿਸਟ ਧੱਕੇ ਦੇ ਨਾਲ ਪੈਲਸਤੀਨ ਚ ਵੜਨ ਦੀ ਕੋਸ਼ਿਸ਼ ਕਰ ਰਹੇ ਸੀ ਗਾਜ਼ਾ ਚ, ਉਹਨਾਂ ਦੇ ਉੱਤੇ ਜਿਹੜੀ ਲੀਗਲ ਕਾਰਵਾਈ ਆ ਉਹ ਕੀਤੀ ਜਿਹੜੀ ਉਹ ਜਾ ਸਕਦੀ ਹੈਗੀ ਆ। ਕੈਟੇਨੀਆ ਤੋਂ 1 ਜੂਨ ਨੂੰ ਜਿਹੜੀ ਇਹ ਯਾਚ ਤੁਰੀ ਸੀਗੀ ਤੇ 9 ਜੂਨ ਨੂੰ ਗਾਜ਼ਾ ਤੋਂ ਕਈ ਜਿਹੜੇ ਮੀਲ ਪਹਿਲਾਂ ਹੀ ਪਾਣੀ ਦੇ ਵਿੱਚ ਇਸ ਨੂੰ ਇੰਟਰਸੈਪਟ ਕਰ ਲਿਆ ਗਿਆ ਸੀ ਇਜ਼ਰਾਈਲੀ ਫੋਰਸਿਸ ਦੇ ਦੁਆਰਾ। ਜੀ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਆਪਾਂ ਪਿਛਲੇ ਹਫ਼ਤੇ ਵੀ ਸਾਂਝੀ ਕੀਤੀ ਸੀ ਪਈ ਫਰੀਮੌਂਟ ਗੁਰਦੁਆਰਾ ਸਾਹਿਬ ਵੱਲੋਂ ਜੋ ਹਿੰਦੂ ਅਮਰੀਕਨ ਫਾਊਂਡੇਸ਼ਨ ਆ, ਜੋ ਉਹਨਾਂ ਨੇ ਪਿਛਲੇ ਸਾਲ ਸਿੱਖਾਂ ਦੇ ਅਗੇਂਸਟ, ਗੁਰੂ ਘਰਾਂ ਦੇ ਅਗੇਂਸਟ ਸਟੇਟਮੈਂਟਸ ਬਣਾਈਆਂ ਸੀਆਂ, ਉਸ ਨੂੰ ਲੈ ਕੇ ਜਿਹੜੀ ਡਿਪਾਰਟਮੈਂਟ ਆਫ ਜਸਟਿਸ ਨੂੰ ਇੱਕ ਲੈਟਰ ਲਿਖੀ ਹੈਗੀ ਆ। ਬਹੁਤ ਵੱਡੀ ਅਮਰੀਕਾ ਦੀ ਲਾ ਫਰਮ ਨੂੰ ਹਾਇਰ ਕੀਤਾ ਹੈਗਾ ਆ। ਵੀ ਉਸ ਲੈਟਰ ਦੇ ਬਾਰੇ ਆਪਾਂ ਡਿਸਕਸ ਕੀਤਾ ਸੀ ਪਿਛਲੇ ਹਫ਼ਤੇ। ਸੋ ਉਸ ਲੈਟਰ ਨੂੰ ਲੈ ਕੇ ਜੋ ਇੰਗਲੈਂਡ ਦਾ ਇੱਕ ਬਹੁਤ ਵੱਡਾ ਨਿਊਜ਼ਪੇਪਰ ਆ ਦ ਗਾਰਡੀਅਨ, ਉਹਨਾਂ ਨੇ ਅੱਜ ਇੱਕ ਰਿਪੋਰਟ ਛਾਪੀ ਹੈਗੀ ਆ ਵੀ ਗੁਰਦੁਆਰਾ ਸਾਹਿਬ ਦੀ ਸੁਪਰੀਮ ਕੌਂਸਲ ਵੱਲੋਂ ਅਮਰੀਕਾ ਦੇ ਸਟੇਟ ਡਿਪਾਰਟਮੈਂਟ ਨੂੰ ਅਮਰੀਕਨ ਹਿੰਦੂ ਫਾਊਂਡੇਸ਼ਨ ਦੀ ਜਾਂਚ ਕਰਨ ਲਈ ਬੇਨਤੀ ਕੀਤੀ ਗਈ ਆ। ਇਹਦੇ ਵਿੱਚ ਇਹ ਕਿਹਾ ਗਿਆ ਵੀ ਜਿਹੜਾ ਹਿੰਦੂ ਅਮਰੀਕਨ ਫਾਊਂਡੇਸ਼ਨ ਆ ਉਹ ਭਾਰਤ ਦੀ ਸਰਕਾਰ ਦੇ ਲਈ ਇੱਕ ਗੈਰ ਰਜਿਸਟਰਡ ਵਿਦੇਸ਼ੀ ਏਜੰਟ ਵੱਲੋਂ ਕੰਮ ਕਰ ਰਹੀ ਹੈਗੀ ਆ। ਸੋ ਇਹਦੇ ਵਿੱਚ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਆ ਉਹਨਾਂ ਨੇ ਵੀ ਜਿਹੜਾ ਜਵਾਬ ਦਿੱਤਾ ਹੈਗਾ ਉਹਦੇ ਬਾਰੇ ਵੀ ਜ਼ਰੂਰ ਆਪਾਂ ਦੱਸਦੇ ਹਾਂ ਸਰੋਤਿਆਂ ਦੇ ਨਾਲ ਉਹਨਾਂ ਨੇ ਕੀ ਕਿਹਾ ਹੈਗਾ। ਨਹੀਂ, ਬਿਲਕੁਲ ਹਰਜੋਤ ਸਿੰਘ ਜੀ, ਫਰੀਮੌਂਟ ਗੁਰਦੁਆਰਾ ਸਾਹਿਬ ਨੇ ਕਿਹਾ ਵੀ ਜਿਹੜੀ ਸਿੱਖ ਕਮਿਊਨਿਟੀ ਦੇ ਉੱਤੇ ਤੇ ਗੁਰੂ ਘਰਾਂ ਦੇ ਉੱਤੇ ਉਲਟ ਬੋਲਣ ਵਾਲੀ ਜਿਹੜੀ
HAF ਆ ਉਸ ਨੂੰ ਫੋਰਨ ਏਜੰਟ ਦੇ ਤੌਰ ਦੇ ਉੱਤੇ ਉਸਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ, ਉਹਨੂੰ ਰਜਿਸਟਰ ਕਰਨਾ ਚਾਹੀਦਾ ਆ। FARA ਜਿਹਨੂੰ ਕਹਿੰਦੇ ਆ ਫੋਰਨ ਏਜੰਟ ਰਜਿਸਟ੍ਰੇਸ਼ਨ ਐਕਟ ਦੇ ਤਹਿਤ ਕਹਿੰਦੇ ਵੀ ਇਹ ਡਿਪਾਰਟਮੈਂਟ ਆਫ ਜਸਟਿਸ ਜੇ ਉਹ ਅਜਿਹੀ ਡਿਟਰਮੀਨੇਸ਼ਨ ਜੇ ਇਨਵੈਸਟੀਗੇਸ਼ਨ ਕਰਕੇ ਉਹ ਕਹਿੰਦੇ ਆ ਤਾਂ ਫਿਰ HAF ਨੂੰ ਪਬਲਿਕਲੀ ਡਿਸਕਲੋਜ਼ ਕਰਨਾ ਪਊਗਾ ਵੀ ਉਹ ਕਿਹੜੀਆਂ ਐਕਟੀਵਿਟੀਜ਼ ਕਰਦੇ ਆ, ਲਾਅ ਮੇਕਰਸ ਦੇ ਨਾਲ ਜਿਹੜੀਆਂ ਮੀਟਿੰਗ ਕਰਦੇ ਆ, ਫਾਈਨੈਂਸ਼ੀਅਲ ਅਰੇਂਜਮੈਂਟ ਉਹਨਾਂ ਦੀ ਭਾਰਤੀ ਸਰਕਾਰ ਦੇ ਨਾਲ ਕਿੱਦਾਂ ਦੀ ਜਿਹੜੀ ਉਹ ਚੱਲ ਰਹੀ ਆ, ਉਹ ਸਾਰਾ ਕੁਝ ਜਿਹੜਾ ਉਹਨਾਂ ਨੂੰ ਦੱਸਣਾ ਪਊਗਾ। ਭਾਰਤੀ ਸਰਕਾਰ ਨੇ ਹਾਲੀਆ ਲੱਖਾਂ ਡਾਲਰ ਦੀਆਂ ਜਿਹੜੀਆਂ ਹੋਰ ਫਰਮਾਂ ਲੌਬਿੰਗ ਦੇ ਲਈ ਵਾਸ਼ਿੰਗਟਨ DC 'ਚ ਵੀ ਹਾਇਰ ਕੀਤੀਆਂ ਆ, ਪਰ ਇਹ ਉਹਨਾਂ ਦੀਆਂ ਪ੍ਰੌਕਸੀਜ਼ ਕਹਿ ਸਕਦੇ ਆ HAF ਵਰਗੀਆਂ, ਜਿਨ੍ਹਾਂ ਨੂੰ ਜਿਹੜਾ ਕਹਿੰਦੇ ਵੀ ਵਰਤਿਆ ਜਾ ਰਿਹਾ ਹੈ, ਜੋ ਕਿ ਮੀਟਿੰਗਸ ਨੂੰ ਫੈਸਿਲਿਟੇਟ ਕਰਵਾਉਂਦੀਆਂ ਆ ਫੋਰਨ ਪ੍ਰਿੰਸੀਪਲਸ ਤੇ US ਲਾਅ ਮੇਕਰਸ ਦੇ ਦਰਮਿਆਨ। ਇਹ ਕਹਿੰਦੇ ਵੀ ਆਪਣੇ ਇਵੈਂਟਸ ਦੇ ਉੱਤੇ ਤੇ ਕਹਿੰਦੇ ਵੀ ਲਗਾਤਾਰ ਇਹ ਐਡਵੋਕੇਟ ਕਰਦੇ ਰਹੇ ਆ ਭਾਜਪਾ ਤੇ ਇੰਡੀਆ ਦੇ ਜਿਹੜੇ ਇੰਟਰਸਟ ਡੋਮੈਸਟਿਕ ਤੇ ਫੋਰਨ ਪਾਲਿਸੀ ਮੈਟਰਸ ਨੂੰ ਜਿਹੜਾ ਉਹ ਲੈ ਕੇ। ਸੋ ਪੈਮ ਬੌਂਡੀ ਹੁਣਾਂ ਨੂੰ ਇਹ ਜਿਹੜੀ ਚਿੱਠੀ ਲਿਖੀ ਗਈ ਹੈ। HAF ਨੇ ਇਹ ਸਾਰੇ ਕਲੇਮਸ ਨੂੰ ਡਿਨਾਈ ਕੀਤਾ ਆ। ਉਹਨਾਂ ਨੇ ਕਿਹਾ ਵੀ ਅਸੀਂ ਨਾਨ ਪਾਰਟੀਜ਼ਨ ਟੈਕਸ ਐਗਜ਼ੈਂਪਟ ਚੈਰਿਟੀ ਆ, ਇੰਡੀਪੈਂਡੈਂਟਲੀ ਤੇ ਅਮਰੀਕਨ ਜਿਹੜੇ ਅਸੀਂ ਹੈਗੇ ਆ, ਤੇ ਸਾਡੀ ਕਿਸੇ ਆਰਗੇਨਾਈਜੇਸ਼ਨ ਪੋਲੀਟੀਕਲ ਪਾਰਟੀ ਦੇ ਨਾਲ US ਜਾਂ ਅਬਰੋਡ ਕੋਈ ਅਫੀਲੀਏਸ਼ਨ ਨਹੀਂ ਹੈਗੀ। ਹੁਣ HAF ਵਾਲੇ ਪਤਾ ਨਹੀਂ ਕਿਸ ਆਧਾਰ ਦੇ ਉੱਤੇ ਜਿਹੜੇ ਸਾਰਾ ਕੁਝ ਕਰ ਰਹੇ ਆ। ਉਹ ਕਹਿੰਦੇ ਵੀ ਇਹ ਕੋਆਰਡੀਨੇਟਡ ਕੈਂਪੇਨ ਆ HAF ਦੇ ਉਲਟ ਖਾਲਿਸਤਾਨ ਸੈਪਰੇਟਿਸਟ ਮੂਵਮੈਂਟ ਦੇ ਦੁਆਰਾ ਸਾਡੀ ਜਿਹੜੀ ਨਾਮ ਆ ਉਸ ਨੂੰ ਟਾਰਨਿਸ਼ ਜਿਹੜਾ ਉਹ ਕਰਨ ਦੇ ਲਈ। ਸੋ ਕਹਿੰਦੇ ਵੀ ਅਸੀਂ ਇਨਫੈਕਟ HAF ਕਹਿੰਦੇ ਵੀ ਓਪਰਚੁਨਿਟੀ ਦਿੰਦਾ ਆ, ਵੈਲਕਮ ਕਰਦਾ ਆ ਵੀ ਅਸੀਂ ਪੈਮ ਬੌਂਡੀ ਦੇ ਨਾਲ, FBI ਦੇ ਡਾਇਰੈਕਟਰ ਕੈਸ਼ ਪਟੇਲ ਦੇ ਨਾਲ, ਤੁਲਸੀ ਗਾਬੜ ਦੇ ਨਾਲ ਮੁਲਾਕਾਤ ਕਰਕੇ ਅਸੀਂ ਤੁਹਾਨੂੰ ਜਿਹੜੀ ਸਥਿਤੀ ਆ ਉਹ ਦੱਸ ਸਕੀਏ। ਸੋ HAF ਸ਼ਰੇਆਮ ਉਹ ਸਾਰੀਆਂ ਚੀਜ਼ਾਂ ਕਰਦੇ ਹੋਏ ਵੀ ਇਸ ਚੀਜ਼ ਦੇ ਵਿੱਚ ਜਿੱਥੇ ਇਹਨਾਂ ਦੇ ਦੋਸ਼ ਲੱਗੇ ਆ, ਉਹ ਅਗਰੈਸਿਵਲੀ ਇਸ ਚੀਜ਼ ਦੇ ਉਲਟ ਜਿਹੜੇ ਉਹ ਵੱਧ ਰਹੇ ਆ। ਸੋ ਸਿੱਖਾਂ ਨੂੰ ਜਿਹੜੀ ਆ ਉਹ ਆਪਸੀ ਵਿਰੋਧਤਾ ਜਿਹੜੀ ਉਹ ਛੱਡ ਕੇ ਅੱਗੇ ਵਧਣਾ ਚਾਹੀਦਾ। ਪਰ ਹਰਜੋਤ ਸਿੰਘ ਜੀ ਆਪਸੀ ਵਿਰੋਧਤਾ ਕਿੱਥੇ ਛੱਡਣਗੇ? ਆਪਾਂ ਨਗਰ ਕੀਰਤਨਾਂ ਤੇ ਹੋਰ ਥਾਵਾਂ ਦੇ ਉੱਤੇ ਈਵਨ ਫਰੀਡਮ ਰੈਲੀ ਤੇ ਵੀ ਦੇਖਿਆ, ਜਦੋਂ ਇੱਕ ਦੂਜੇ ਦੇ ਨਾਲ ਕਿਸੇ ਦੀ ਲੱਗਦੀ ਹੁੰਦੀ, ਅਗਲੇ ਉਹਨਾਂ ਇਵੈਂਟ ਤੇ ਉੱਤੇ ਆਉਂਦੇ ਨਹੀਂ ਤੇ ਇਵੈਂਟ ਦੇ ਉਲਟ ਸਗੋਂ ਜਿਹੜਾ ਉਹ ਬੋਲਣ ਲੱਗ ਜਾਂਦੇ ਆ। ਸੋ ਇਹ ਚੀਜ਼ਾਂ ਦੇ ਵਿੱਚ HAF ਵਰਗੀਆਂ ਜਿਹੜੀਆਂ ਸੰਸਥਾਵਾਂ ਆ ਉਹਨਾਂ ਨੂੰ ਫਾਇਦਾ ਹੁੰਦਾ, ਭਾਰਤੀ ਸਰਕਾਰਾਂ ਨੂੰ ਜਿਹੜਾ ਉਹ ਫਾਇਦਾ ਹੁੰਦਾ ਆ ਵੀ ਕਿਸ ਤਰੀਕੇ ਦੇ ਨਾਲ ਇੱਥੇ ਬਾਹਰ ਬੈਠੇ ਸਿੱਖਾਂ ਦੇ ਉਲਟ ਉਹ ਪ੍ਰਚਾਰ ਨੂੰ, ਕੂੜ ਪ੍ਰਚਾਰ ਨੂੰ ਜਿਹੜਾ ਹੋਰ ਵਧਾਵਾ ਜਿਹੜਾ ਉਹ ਦਿੰਦੇ ਰਹਿਣ। ਉਹਨਾਂ ਨੇ ਅੰਦਰ ਖਾਤੇ ਹੀ ਜਿਹੜੇ ਸ਼ਹੀਦਾਂ ਦੀ ਯਾਦ ਦੇ ਵਿੱਚ ਸਮਾਗਮ ਵੀ ਹੋ ਰਹੇ ਆ, ਉਹਨਾਂ ਦੇ ਉਲਟ ਬੋਲਣ ਵਾਲੇ ਲੋਕਾਂ ਨੂੰ ਇਦਾਂ ਲੱਗਦਾ ਹੁੰਦਾ ਵੀ ਜਿੱਦਾਂ ਹਾਇਰ ਕੀਤਾ ਹੁੰਦਾ ਆ ਵੀ ਉਹਨਾਂ ਦੇ ਦੁਆਰਾ ਹੀ ਉਹਨਾਂ ਦਾ ਹੀ ਪ੍ਰਚਾਰ ਸਰਕਾਰ ਦਾ ਭਾਰਤ ਦਾ ਕਰ ਰਹੇ ਹੋਣ। ਸੋ ਦੋ ਤਿੰਨ ਚੀਜ਼ਾਂ ਇੱਥੇ ਸੋਚਣ ਵਾਲੀਆਂ। ਪਹਿਲੀ ਗੱਲ ਤਾਂ ਹਿੰਦੂ ਅਮਰੀਕਨ ਫਾਊਂਡੇਸ਼ਨ ਇਹ ਕਹਿ ਰਹੀ ਆ ਵੀ ਅਸੀਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ ਤੇ ਅਸੀਂ ਅਮਰੀਕਨ ਹੈਗੇ ਆ। ਅਮਰੀਕਾ ਦੇ ਵਿੱਚ ਜੋ ਹਿੰਦੂਆਂ ਨਾਲ ਹੁੰਦਾ ਹੀ ਗੱਲਬਾਤ, ਉਹਦੇ ਬਾਰੇ ਅਸੀਂ ਡਿਸਕਸ ਕਰਦੇ ਹਾਂ। ਹੁਣ ਇਹ ਆਂਦਾ ਵੀ ਇਹ ਕਹਿੰਦੇ ਵੀ ਅਸੀਂ ਅਮਰੀਕਨ ਆ, ਅਮਰੀਕਾ ਦੇ ਇੰਟਰਸਟ ਲਈ ਕੰਮ ਕਰਦੇ ਆ। ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਲੈ ਕੇ ਹਰਦੀਪ ਸਿੰਘ ਨਿੱਜਰ ਹੁਣਾਂ ਦਾ ਕਤਲ ਹੁੰਦਾ, ਅਮਰੀਕਾ ਦੇ ਵਿੱਚ ਕੁਝ ਸਿੱਖਾਂ ਨੂੰ ਮਾਰਨ ਦੀ ਕੋਸ਼ਿਸ਼ ਹੁੰਦੀ ਆ। ਸੋ ਐਜ਼ ਏ ਅਮਰੀਕਨ ਇਹਨਾਂ ਨੂੰ ਤਾਂ ਸਾਥ ਦੇਣਾ ਚਾਹੀਦਾ। ਦੂਸਰੇ ਨੰਬਰ ਤੇ ਪਾਕਿਸਤਾਨ ਦੀ ਸਰਕਾਰ ਨੇ ਜਦੋਂ ਬਿਲੀਅਨਸ ਆਫ ਡਾਲਰ ਦਾ ਜਿਹੜਾ ਇਕਵਿਪਮੈਂਟ ਲੈਣਾ ਸੀਗਾ ਮਿਲਟਰੀ ਦਾ, ਉਹ ਇਹਨਾਂ ਨੇ ਵਿਰੋਧ ਕੀਤਾ ਵੀ ਜੇ ਤੁਸੀਂ ਅਮਰੀਕਨ ਆ, ਅਮਰੀਕਾ ਨੂੰ ਤਾਂ ਫਾਇਦਾ ਹੋਣਾ, ਐਜ਼ ਏ ਅਮਰੀਕਨ ਸਾਨੂੰ ਉਹ ਸਪੋਰਟ ਕਰਨਾ ਚਾਹੀਦਾ। ਤੁਸੀਂ ਉਹਦਾ ਵਿਰੋਧ ਕੀਤਾ ਹੈਗਾ। ਉਸ ਤੋਂ ਬਾਅਦ ਫਿਰ ਤੁਸੀਂ ਜਿਹੜੀਆਂ ਇੰਡੀਆ ਤੋਂ ਲੀਡਰ ਆਉਂਦੇ ਹੈਗੇ, ਉਹਨਾਂ ਦੀਆਂ ਈਵੈਂਟਸ ਆਰਗੇਨਾਈਜ਼ ਕਰਦੇ ਹੈਗੇ ਆ। BJP ਦੇ ਖਾਸ ਕਰਕੇ ਹੌਡੀ ਮੋਡੀ ਦੇ ਵਿੱਚ ਇਹ ਮੇਨ ਜਿਹੜੇ ਲੀਡਿੰਗ ਲੋਕ ਸੀਗੇ ਉਸ ਈਵੈਂਟ ਨੂੰ ਕਰਨ ਦੇ ਲਈ। ਸੋ ਬਹੁਤ ਸਾਰੇ ਜਿਹੜੇ ਇੰਡੀਆ ਪੱਖੀ ਜਿਹੜੇ ਪ੍ਰੋਗਰਾਮ ਹੁੰਦੇ ਆ ਉਹਨਾਂ ਦੀ ਜਿਹੜੀ ਸਪੋਰਟ ਕਰਦੇ ਹੈਗੇ ਆ। ਸੋ ਇਹ ਜਿਹੜੀਆਂ ਚੀਜ਼ਾਂ ਇਹਦੇ ਕਰਕੇ ਜੋ ਹੁਣ ਫਰੀਮੌਂਟ ਏਰੀਆ ਦੇ ਸਿੱਖ ਹੈਗੇ ਆ, ਫਰੀਮੌਂਟ ਗੁਰਦੁਆਰਾ ਸਾਹਿਬ ਦੀ ਸੁਪਰੀਮ ਕੌਂਸਲ ਆ, ਉਹਨਾਂ ਨੇ ਇਹ ਲੈਟਰ ਲਿਖੀ ਆ। ਲਾ ਫਰਮ ਕਾਫੀ ਵੱਡੀ ਹਾਇਰ ਕੀਤੀ ਹੈਗੀ ਆ। ਹੁਣ ਦੇਖਦੇ ਆ ਜਿਹੜੇ US ਦੇ ਅਟਾਰਨੀ ਜਨਰਲ ਪੈਮ ਬੌਂਡੀ ਹੋਣੀ ਆ, ਉਹ ਇਸ ਆਰਗੇਨਾਈਜੇਸ਼ਨ ਦੀ ਇਨਵੈਸਟੀਗੇਸ਼ਨ ਕਰਦੇ ਆ ਕਿ ਨਹੀਂ। ਪਰ ਮੀਡੀਆ ਦੇ ਵਿੱਚ ਇੰਗਲੈਂਡ ਦੀ ਸਭ ਤੋਂ ਵੱਡੀ ਅਖਬਾਰ ਦੇ ਵਿੱਚ ਇਹ ਸਟੋਰੀ ਦਾ ਰਨ ਹੋਣਾ, ਹੁਣ ਅਲਟੀਮੇਟਲੀ ਕੁਛ ਨਾ ਕੁਛ ਤਾਂ ਜਿਹੜਾ ਅਮਰੀਕਾ ਦੀ ਸਰਕਾਰ ਨੂੰ ਇਹ ਕਰਨਾ ਪਊਗਾ। ਕਿਉਂਕਿ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਵਰਗੀ ਆਰਗੇਨਾਈਜੇਸ਼ਨ ਆ, ਵੀ ਜੇ ਤੁਸੀਂ ਅਮਰੀਕਨ ਆ, ਅਮਰੀਕਨ ਜਿਹੜੇ ਲੋਕ ਆ ਉਹ ਤਾਂ ਕਹਿੰਦੇ ਇੱਥੇ ਫਰੀਡਮ ਆਫ ਸਪੀਚ ਆ, ਹਰ ਇੱਕ ਨੂੰ ਆਪਣਾ ਜਿਹੜਾ ਹੱਕ ਹੈਗਾ ਬੋਲਣ ਦਾ। ਤੇ ਜੇ ਸਿੱਖ ਬੋਲਦੇ ਆ
ਤੇ ਤੁਸੀਂ ਉਹਨਾਂ ਨੂੰ ਜਿਹੜਾ ਆ ਉਹਨਾਂ ਦੇ ਅਗੇਂਸਟ ਉਹਨਾਂ ਨੂੰ ਖਾਲਿਸਤਾਨੀ ਟੈਰਰਿਸਟ ਕਦੇ ਕਹਿ ਦਿੰਦੇ ਆ, ਕਦੇ ਕੁਛ ਕਹਿ ਦਿੰਦੇ ਆ, ਕਦੇ ਕਹਿ ਦਿੰਦੇ ਆ ਜੀ ਇਹ ਡਰੱਗ ਵੇਚਦੇ ਆ। ਸੋ ਇਸ ਇਸ਼ੂ ਨੂੰ ਲੈ ਕੇ ਪਿਛਲੇ 8 ਮਹੀਨਿਆਂ ਤੋਂ ਬਹੁਤ ਜ਼ਿਆਦਾ ਰੌਲਾ ਪੈ ਰਿਹਾ ਸੀ। ਬਲਕਿ ਜਿਹੜੇ ਫਰੀਮੌਂਟ ਗੁਰਦੁਆਰੇ ਦੇ ਜਿਹੜੇ ਪ੍ਰਬੰਧਕ ਆ ਉਹਨਾਂ ਦੇ ਉੱਤੇ ਵੀ ਬਹੁਤ ਤੰਜ ਕੱਸੇ ਜਾ ਰਹੇ ਸੀ। ਅਸੀਂ ਵੀ ਰੇਡੀਓ ਦੇ ਉੱਤੇ ਕਿਹਾ ਪੁੱਛੀ ਸੀ ਭਾਈ ਗੱਲ। ਐਕਟ ਕਰੋ, ਬਹੁਤ ਲੰਮਾ ਸਮਾਂ ਹੋ ਗਿਆ। ਸੋ ਉਹਨਾਂ ਨੇ 8 ਮਹੀਨੇ ਦੀ ਰਿਸਰਚ ਤੋਂ ਬਾਅਦ ਜਿਹੜੀ ਫਰਮ ਹਾਇਰ ਕੀਤੀ ਸੀ, ਇਹ ਪੂਰੀ ਦੀ ਪੂਰੀ 24 ਪੇਜਾਂ ਦੀ ਜਿਹੜੀ ਲੈਟਰ ਸੀਗੀ ਉਹ ਅਟਾਰਨੀ ਜਨਰਲ ਪੈਮ ਬੌਂਡੀ ਨੂੰ ਲਿਖੀ ਹੈਗੀ ਇਹਦੇ ਵਿੱਚ ਹਰਜੋਤ ਸਿੰਘ ਜੀ ਐਡ ਕਰਦੇ ਜਾਈਏ, ਜਿੱਦਾਂ ਤੁਸੀਂ ਕੀਤਾ ਵੀ ਜੇ HAF ਵਾਲੇ ਵਾਕਈ ਅਮਰੀਕਨ ਆ ਤਾਂ ਅਮਰੀਕਨ ਦੇ ਬੋਲਣ ਦੇ ਉੱਤੇ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਬਿੱਲ ਇੱਥੇ ਸੈਨੇਟ 'ਚ ਜਦੋਂ ਕਮੇਟੀਆਂ 'ਚ ਗਿਆ ਸੀ ਉਹਦੇ ਉਲਟ ਕਿਉਂ ਬੋਲ ਕੇ ਆਏ? ਕਿਉਂ ਅਮਰੀਕਨਸ ਨੂੰ ਜਦੋਂ ਬਾਹਰਲੀਆਂ ਸਰਕਾਰਾਂ ਦੱਬਦੀਆਂ ਆ ਤੁਸੀਂ ਕਿਉਂ ਉਸਦੇ ਉਲਟ ਜਿਹੜਾ ਬੋਲ ਕੇ ਆਏ? ਉੱਥੇ ਤੁਸੀਂ ਫਿਰ ਇੰਡੀਆ ਜਿਹੜਾ ਉਹ ਕਿਉਂ ਵਾੜ ਲਿਆ? ਇਹ ਤਾਂ ਸ਼ਰੇਆਮ ਜਿਹੜਾ ਫੋਰਨ ਏਜੰਟ ਦੇ ਤੌਰ ਦੇ ਉੱਤੇ ਕੰਮ ਕਰ ਰਹੇ ਇੱਥੋਂ ਤਾਂ ਕਨਫਰਮ ਹੁੰਦਾ ਆ ਇਹਨਾਂ ਦੀਆਂ ਜਿਹੜੀਆਂ ਕਾਰਵਾਈਆਂ ਦੇ ਨਾਲ। ਤੁਸੀਂ ਉਹ ਦੇਖੋ ਵੀ ਉਹਨਾਂ ਨੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਉਹ ਬੰਦੇ ਚੁਣੇ ਆ ਜਿਹੜੇ ਹਿੰਦੂ ਧਰਮ ਦੇ ਨਾਲ ਰਿਲੇਟਡ ਹੈਗੇ ਆ, ਵੀ ਅਸੀਂ ਉਹਨਾਂ ਦੇ ਨਾਲ ਮੀਟਿੰਗਾਂ ਜਿਹੜੀਆਂ ਉਹ ਕਰਨੀਆਂ ਜਿਹੜੀਆਂ ਚਾਹੁੰਦੇ ਆ ਤੇ ਅਸੀਂ ਉਹਨਾਂ ਨੂੰ ਜਿਹੜਾ ਉਹ ਦੱਸਾਂਗੇ। ਇੱਥੇ ਲਾ ਐਨਫੋਰਸਮੈਂਟ ਇਲੈਕਟਡ ਅਫੀਸ਼ੀਅਲਸ ਨੂੰ ਕਿੱਦਾਂ ਦੇ ਪੁੱਠੇ ਪਾਠ ਪੜ੍ਹਾ ਕੇ ਆਏ ਆ। ਇਹਦੇ ਵਿੱਚ ਜਿਹੜੀਆਂ ਉਹ ਕੋਈ ਦੋ ਰਾਵਾਂ ਜਿਹੜੀਆਂ ਉਹ ਨਹੀਂ ਰਹੀਆਂ। ਇਹ ਕੋਈ ਇੱਕ ਅਖਬਾਰ ਨਹੀਂ, ਇਹ ਕੋਈ ਇਹਨਾਂ ਦੀ ਉਹ ਇਕੱਲੀ ਨਹੀਂ, ਹੋਰ ਬਹੁਤ ਸਾਰੀਆਂ ਇਨਵੈਸਟੀਗੇਟਿਵ ਜਿਹੜੀਆਂ ਆ ਉਸ ਦੇ ਵਿੱਚ ਇਹ ਪਤਾ ਲੱਗਦਾ ਆ ਵੀ HAF ਜੋ ਕਿ ਪਿਛਲੇ 2 ਦਹਾਕਿਆਂ ਤੋਂ ਇੱਥੇ ਆਪਣੇ ਆਪ ਨੂੰ ਚੈਂਪੀਅਨਸ ਦੱਸਦੇ ਆ ਹਿੰਦੂ ਕਮਿਊਨਿਟੀ ਦੇ, ਉਹ ਅਸਲ ਦੇ ਵਿੱਚ ਕੰਮ ਕੀ ਜਿਹੜੇ ਉਹ ਕਰ ਰਹੇ ਹੈਗੇ ਆ। ਕਹਿੰਦੇ ਵੀ ਜਦੋਂ ਦਾ ਪ੍ਰਾਈਮ ਮਿਨਿਸਟਰ ਮੋਦੀ ਹੋਇਆ ਆ 2014 ਦੇ ਵਿੱਚ, ਉਦੋਂ ਦਾ ਹੀ ਉਹਨਾਂ ਨੇ ਆਪਣੀਆਂ ਜਿਹੜੀਆਂ ਪੋਲੀਟੀਕਲ ਐਕਟੀਵਿਟੀਜ਼ ਆ ਭਾਰਤ ਸਰਕਾਰ ਦੇ ਹੱਕ ਦੇ ਵਿੱਚ ਉਹਨਾਂ ਨੂੰ ਵਧਾਇਆ ਹੈਗਾ ਆ ਜੀ। ਤੇ ਹਰਜੋਤ ਸਿੰਘ ਜੀ ਸਮਾਂ ਹੁਣ ਆਪਣੇ ਅੱਜ ਦੇ ਪ੍ਰੋਗਰਾਮ ਦਾ ਇੱਥੇ ਹੀ ਸਮਾਪਤ ਹੈਗਾ ਆ ਤੇ ਹੁਣ ਲਵਾਂਗੇ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ।